ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿੱਖ ਚਿੰਤਕ ਤੇ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ ਜੀ ਮੌਜੂਦ ਨੇ। ਅਸੀਂ ਬੇहद ਅਹਿਮ ਮੁੱਦੇ ਦੇ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਗੁਰਤੇਜ ਸਿੰਘ ਜੀ। ਥੈਂਕ ਯੂ ਸੁਖਵਿੰਦਰ ਜੀ। ਧੰਨਵਾਦ ਸਰਦਾਰ ਸਾਹਿਬ। ਆਖਿਰਕਾਰ ਸਵਾਲ ਉੱਥੇ ਹੀ ਆ ਕੇ ਖੜਾ ਹੋ ਗਿਆ ਕਿ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਹੁਣ ਅਗਲਾ ਫੈਸਲਾ ਜਾਂ ਜੋ ਵੀ ਧਾਰਮਿਕ ਸਜ਼ਾ ਜਾਂ ਜੋ ਵੀ ਕਰਨਾ ਉਹ ਕਿਉਂ ਨਹੀਂ ਕੀਤਾ ਜਾ ਰਿਹਾ? ਕੌਣ ਰੋਕ ਰਿਹਾ? ਵਿਰਸਾ ਸਿੰਘ ਵਲਟੋਆ ਜਿਹੜੇ ਅਕਾਲੀ ਦਲ ਬਾਦਲ ਦੇ ਨਾਲ ਨੇ, ਉਹਨਾਂ ਨੇ ਇਹ ਸਵਾਲ ਹੁਣ ਨਵੇਂ ਪੱਧਰ ਦੇ ਉੱਤੇ ਖੜੇ ਕਰਤੇ। ਉਹ ਕਹਿੰਦੇ ਕਿ ਜਥੇਦਾਰ ਸਾਹਿਬ ਉੱਤੇ ਬੀਜੇਪੀ ਤੇ ਆਰਐਸਐਸ ਦਬਾਅ ਬਣਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਖੋਈ ਜਾਏ ਜਾਂ ਉਹਨੂੰ ਪ੍ਰਧਾਨਗੀ ਤੋਂ ਲਾਇਆ ਜਾਏ ਜਾਂ ਸਿਆਸੀ ਤੌਰ ਦੇ ਉੱਤੇ ਖਤਮ ਕਰਨ ਦੀਆਂ ਗੱਲਾਂ। ਇਹ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਕਿ ਬੀਜੇਪੀ ਜਾਂ ਆਰਐਸਐਸ ਕਿਸ ਪੱਧਰ ਤੇ ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ। ਭਾਵੇਂ ਕਿ ਉਹ ਜਿਹੜੇ ਬੀਜੇਪੀ ਵਾਲੇ ਹਰਜੀਤ ਗਰੇਵਾਲ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਨਹੀਂ, ਇਹੋ ਜੀ ਕੋਈ ਗੱਲ ਨਹੀਂ, ਆਰਐਸਐਸ ਦੀ ਕੋਈ ਦਿਲਚਸਪੀ ਨਹੀਂ। ਪਰ ਫਿਰ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਜਿਹੜਾ ਉਹ ਵਾਰ-ਵਾਰ ਸਾਹਮਣੇ ਆਉਂਦਾ। ਕਦੀ ਜਥੇਦਾਰ ਰਹਿ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਅੱਜ ਕੱਲ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ। ਉਹਨਾਂ ਦੇ ਉੱਤੇ ਸਵਾਲ ਉੱਠਦੇ ਨੇ ਕਿ ਸ਼ਾਇਦ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਜਾਂ ਉਹ ਦਿੱਲੀ ਦੇ ਨਾਲ ਰਲ ਕੇ ਸਿੱਖ ਸਿਆਸਤ ਦੇ ਵਿੱਚ ਕੁਝ ਉਸ ਤਰੀਕੇ ਦੀ ਕੋਈ ਨਵੀਆਂ ਤਬਦੀਲੀਆਂ ਜਾਂ ਕੁਝ ਇਹੋ ਜਿਹਾ ਕਰਨਾ ਚਾਹੁੰਦੇ ਨੇ। ਆਖਿਰਕਾਰ ਇਹਦੇ ਵਿੱਚ ਸੱਚਾਈ ਕੀ ਹੈ, ਇਹ ਸਮਝਣਾ ਚਾਹਾਂਗੇ ਕਿ ਕੀ ਵਾਕਈ ਆਰਐਸਐਸ ਜਾਂ ਬੀਜੇਪੀ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਜਾਂ ਫਿਰ ਉਹ ਦਬਾਅ ਪਾ ਹੀ ਰਹੇ ਨੇ। ਤਾਂ ਇਹਦੇ ਵਿੱਚ ਗਿਆਨੀ ਰਘਬੀਰ ਸਿੰਘ ਹੋਰਾਂ ਦੀ ਇਹੋ ਜਿਹੀ ਕਿਹੜੀ ਕਮਜ਼ੋਰੀ ਹੈ? ਹਾਲਾਂਕਿ ਉਹਨਾਂ ਨੇ ਇਹ ਸਾਰੇ ਮਾਮਲਿਆਂ ਦੇ ਉੱਤੇ ਸਬੂਤ ਮੰਗੇ ਨੇ ਵਿਰਸਾ ਸਿੰਘ ਵਲਟੋਆ ਤੋਂ। ਕੱਲ ਨੂੰ 15 ਅਕਤੂਬਰ ਨੂੰ ਸਵੇਰੇ 9 ਵਜੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ। ਸੁਖਵਿੰਦਰ ਜੀ, ਲੱਗਦਾ ਇਹ ਹੈ ਕਿ ਇਹਨਾਂ ਨੇ 1996 ਦੇ ਵਿੱਚ ਅਕਾਲੀ ਦਲ ਨੂੰ ਖਤਮ ਕਰਤਾ, ਇਸ ਦਾ ਸੰਵਿਧਾਨ ਕਤਲ ਕਰਤਾ, ਔਰ ਹੁਣ ਅੱਜ ਹਾਲਤ ਇਹ ਆ ਗਈ ਹੈ ਕਿ ਜਿਸ ਤਰ੍ਹਾਂ ਬੀਬੀ ਹੋਰਾਂ ਨੇ ਕਿਹਾ ਸੀਗਾ, ਇਹਨਾਂ ਦਾ ਕੱਖ ਨਹੀਂ ਰਿਹਾ। ਹੁਣ ਇਹ ਅਕਾਲ ਤਖਤ ਦਾ ਵੀ ਕੱਖ ਨਹੀਂ ਰਹਿਣ ਦੇਣਾ ਚਾਹੁੰਦੇ। ਉਹ ਉਸ ਨੂੰ ਵੀ ਇਹ ਨੇਸਤੋ ਨਬੂਦ ਕਰਨ ਵਾਸਤੇ ਤਿਆਰ ਖੜੇ ਨੇ। ਇਹ ਵਿਰਸਾ ਸਿੰਘ ਵਲਟੋਹਾ ਦੀ ਜਿਹੜਾ ਬਿਆਨ ਹੈ ਮੈਂ ਸੁਣਿਆ ਅੱਜ, ਉਸ ਤੋਂ ਇਹੀ ਜਾਪਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਜਥੇਦਾਰ ਹਨਗੇ ਉਹ ਸਿਆਸਤ ਦੇ ਵਿੱਚ ਨਹੀਂ, ਤਾਂ ਉਹਨਾਂ ਦਾ ਸਿਆਸੀ ਲੋਕਾਂ ਦੇ ਨਾਲ ਕਿਸ ਚੀਜ਼ ਦਾ ਗੱਠਜੋੜ ਹੋ ਸਕਦਾ ਹੈ? ਔਰ ਖਾਸ ਤੌਰ ਤੇ ਜਿਹੜੇ ਗੈਰ ਪੰਥਕ ਸਿਆਸੀ ਲੋਕ ਹਨਗੇ ਉਹਨਾਂ ਦੇ ਨਾਲ ਕੀ ਗੱਠਜੋੜ ਹੋ ਸਕਦਾ ਹੈ? ਕਿਸੇ ਵੇਲੇ ਸੁਦਰਸ਼ਨ ਨੇ ਜ਼ਰੂਰ ਕਿਹਾ ਸੀ ਕਿ ਸਾਡੇ ਕੋਲੋਂ ਤਨਖਾਹ ਲੈਂਦੇ ਨੇ, ਲੇਕਿਨ ਉਸ ਦੀ ਵੀ ਕੋਈ ਅਗਾਂਹ ਗੱਲ ਨਹੀਂ ਚੱਲ ਸਕੀ। ਔਰ ਜਥੇਦਾਰ ਵਿਦਾਂਤੀ ਨੇ ਜੋ ਉਸਦੇ ਆਰਐਸਐਸ ਦੇ ਬਾਰੇ ਬਿਆਨ ਦਿੱਤੇ ਸਨ, ਉਹਨਾਂ ਤੋਂ ਇਹ ਜ਼ਾਹਰ ਨਹੀਂ ਸੀ ਹੋ ਰਿਹਾ ਕਿ ਇਹ ਉਹਦੀ ਗੱਲ ਸੱਚੀ ਹੈ ਸੁਦਰਸ਼ਨ ਦੀ। ਇਸ ਤੋਂ ਇਲਾਵਾ ਦੂਸਰੀ ਗੱਲ ਇਹ ਹੈਗੀ ਕਿ ਜਿਹੜੇ ਅਸਲ ਦੇ ਵਿੱਚ ਗੱਠਜੋੜ ਹੈ ਉਹ ਤਾਂ ਆਰਐਸਐਸ ਜਾਂ ਬੀਜੇਪੀ ਨਾਲ ਇਹਨਾਂ ਅਕਾਲੀ ਅਖਵਾਉਣ ਦੇ ਲੋਕਾਂ ਦਾ। ਇਹ ਹੁਣ ਤੱਕ ਉਹਨਾਂ ਦੇ ਨਾਲ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ, ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ, ਸਾਡਾ ਕਈ ਕਿਸਮ ਦੀਆਂ ਗੱਲਾਂ ਇਹ ਕਰਦੇ ਸਨ। ਤੇ ਹੁਣ ਇੱਕਦਮ ਇਹ ਦੂਸਰਿਆਂ ਨੂੰ ਕਿਵੇਂ ਕਹਿਣ ਲੱਗ ਪਏ ਕਿ ਇਹ ਇਹਨਾਂ ਦਾ ਉਹਨਾਂ ਦੇ ਨਾਲ ਗੱਠਜੋੜ ਹੈ ਕਿਸੇ ਕਿਸਮ ਦਾ। ਜਿੱਥੋਂ ਤੱਕ ਮੇਰਾ ਖਿਆਲ ਹੈ, ਜਾਪਦਾ ਇਹ ਹੈ ਕਿ ਇਹਨਾਂ ਲੋਕਾਂ ਨੇ, ਇਹ ਲੋਕ ਹੁਣ ਸਿਆਸਤ ਦੇ ਵਿੱਚ ਹਿੱਸਾ ਲੈਣ ਲਈ ਉਤਾਵਲੇ ਹਨਗੇ। ਖਾਸ ਤੌਰ ਤੇ ਇਹ ਜਿਹੜੀਆਂ ਹੁਣ ਚੋਣਾਂ ਹੋਣ ਵਾਲੀਆਂ ਨੇ ਇਹ ਪੰਚਾਇਤਾਂ ਦੀਆਂ, ਇਹਨਾਂ ਦੇ ਵਿੱਚ ਵੀ ਇਹ ਭਰਪੂਰ ਹਿੱਸਾ ਪਾਉਣਾ ਚਾਹੁੰਦੇ ਆ। ਤਨਖਾਹੀਏ ਕਰਾਰ ਦੇਣ ਦਾ ਮਤਲਬ ਇਹ ਹੈ ਕਿ ਉਸ ਦੇ ਨਾਲ ਜਿਸ ਆਦਮੀ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ ਉਸ ਦੇ ਨਾਲ ਕੋਈ ਸੰਬੰਧ ਨਹੀਂ ਰੱਖ ਸਕਦਾ ਸਿੱਖ, ਉਸ ਦੀ ਮੀਟਿੰਗ ਦੇ ਵਿੱਚ ਨਹੀਂ ਜਾ ਸਕਦਾ, ਉਸ ਦੇ ਨਾਲ ਦਰਅਸਲ ਉਸ ਨੂੰ ਫਤਿਹ ਵੀ ਨਹੀਂ ਬੁਲਾ ਸਕਦਾ। ਇਹ ਸਾਡਾ ਦਸਤੂਰ ਹੈ, ਸ਼ੁਰੂ ਤੋਂ ਚੱਲਿਆ ਆ ਰਿਹਾ। ਜਿਸ ਵੇਲੇ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਜਾਂ ਉੱਥੇ ਬੁਲਾਇਆ ਗਿਆ ਸੀਗਾ, ਤੇ ਅਗਲੀ ਸਵੇਰੇ ਜਿਹੜਾ ਉਸਦਾ ਅਰਦਲੀ ਆਇਆ ਉਸਨੇ ਉਹਨੂੰ ਫਤਿਹ ਨਹੀਂ ਬੁਲਾਈ। ਤਾਂ ਰਣਜੀਤ ਸਿੰਘ ਬੜਾ ਹੈਰਾਨ ਹੋਇਆ ਔਰ ਉਸਨੇ ਪੁੱਛਿਆ ਵੀ ਤੂੰ ਮੈਨੂੰ ਫਤਿਹ ਨਹੀਂ ਬੁਲਾਈ? ਉਹ ਕਹਿੰਦਾ ਮਹਾਰਾਜਾ ਸਾਹਿਬ, ਤੁਸੀਂ ਸਾਡੇ ਮਹਾਰਾਜਾ ਸੀ, ਅੱਜ ਤੁਸੀਂ ਤਨਖਾਹੀਏ ਹੋ, ਤਨਖਾਹੀਏ ਨੂੰ ਸਿੱਖ ਦਾ ਫਰਜ਼ ਨਹੀਂ ਫਤਿਹ ਬੁਲਾਉਣ ਦਾ। ਸੋ ਇਹ ਇਹੋ ਜਿਹੀਆਂ ਗੱਲਾਂ ਦੇ ਵਿੱਚ ਜਿਹੜਾ ਉੱਚਾ ਅਧਿਆਤਮਕ ਦਰਜਾ ਹੈ ਅਕਾਲ ਤਖਤ ਦਾ, ਉਸ ਨੂੰ ਇਹ ਲੋਕ ਛੁਟਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਨੇ ਅਕਾਲੀ ਦਲ ਦਾ ਸੱਚਮੁੱਚ ਹੀ ਕੱਖ ਨਹੀਂ ਰਹਿਣ ਦਿੱਤਾ।
ਜੇ ਨਾ ਉਸਦਾ ਸੰਵਿਧਾਨ ਰਹਿਣ ਦਿੱਤਾ, ਸੰਵਿਧਾਨ ਦੇ ਬਰਖਲਾਫ ਇੱਕ ਸੰਵਿਧਾਨ ਬਣਾਇਆ, ਅਕਾਲੀ ਸੰਸਥਾਵਾਂ ਦਾ ਕੱਖ ਨਹੀਂ ਰਹਿਣ ਦਿੱਤਾ, ਜਿਹੜੀ ਇੱਕ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ ਉਸ ਨੂੰ ਖਤਮ ਕਰਕੇ SOI ਉਸ ਦੀ ਥਾਂ ਦੇ ਉੱਤੇ ਬਣਾਇਆ, ਔਰ ਜਿਹੜੀ ਉਹ ਸਾਡੀ ਪਨੀਰੀ ਸੀ ਜਿਸਨੇ ਲੀਡਰਸ਼ਿਪ ਸਪਲਾਈ ਕਰਨੀ ਸੀ, ਨਵੀਂ ਲੀਡਰਸ਼ਿਪ ਦੇ ਉੱਤੇ ਇਹਨਾਂ ਨੇ ਟੋਟਲ ਜਿਵੇਂ ਬੰਦ ਲਾ ਦਿੱਤਾ ਹੁੰਦਾ ਨਾ ਬਈ ਇਹ ਤਾਂ ਪੈਦਾ ਹੀ ਨਹੀਂ ਹੋਣ ਦੇਣੀ, ਜਿਹੜੀ ਲੀਡਰਸ਼ਿਪ ਹੋਏਗੀ ਸਿਰਫ ਇੱਕ ਪਰਿਵਾਰ ਦੇ ਵਿੱਚੋਂ, ਦੋ ਪਰਿਵਾਰਾਂ ਦੇ ਵਿੱਚੋਂ ਆਏਗੀ, ਚਾਰ ਪਰਿਵਾਰਾਂ ਦੇ ਵਿੱਚੋਂ ਆਏਗੀ, ਇਸ ਤਰ੍ਹਾਂ ਦਾ ਇਹਨਾਂ ਨੇ ਦਸਤੂਰ ਬਣਾ ਲਿਆ। ਹਰ ਇੱਕ ਅਕਾਲੀ ਦਲ ਦਾ ਜਿਹੜਾ ਟੀਚਾ ਸੀਗਾ ਉਸ ਨੂੰ ਇਹਨਾਂ ਨੇ ਛੱਡ ਦਿੱਤਾ। ਅਕਾਲੀ ਦਲ ਨੇ ਸਿੱਖਾਂ ਦੀ ਸਿਆਸੀ ਮਰਜ਼ੀ ਪ੍ਰਗਟ ਕਰਨੀ ਸੀ, ਇਹ ਸਾਨੂੰ ਇਹੀ ਕਹਿਣ ਲੱਗ ਪਏ ਕਿ ਅਸੀਂ ਏਕਤਾ ਕਰ ਰਹੇ ਹਾਂ, ਏਕਤਾ ਕਰ ਰਹੇ ਹਾਂ, ਹਿੰਦੂ ਸਿੱਖ ਏਕਤਾ ਕਰ ਰਹੇ ਹਾਂ, ਇਸ ਦੇ ਉੱਤੇ ਸਾਰਾ ਕੁਝ ਨਿਸ਼ਾਵਰ ਕਰਤਾ। ਔਰ ਏਕਤਾ ਜਿਹੜੀ ਇਹਨਾਂ ਨੇ ਕੀਤੀ 15-20 ਸਾਲਾਂ ਦੇ ਵਿੱਚ, ਉਸ ਦਾ ਹਾਲ ਇਹ ਹੈ ਕਿ ਉਹ ਕੈਥਲ ਦੇ ਵਿੱਚ ਤੁਸੀਂ ਹੁਣੇ ਹੀ ਸੁਣਿਆ ਹੋਣਾ ਕਿ ਇੱਕ ਸਿੱਖ ਫਾਟਕ ਦੇ ਉੱਤੇ ਖੜਾ ਸੀ, ਉਸ ਦੀ ਪੱਗ ਨੂੰ ਲੋਕ ਪੈ ਗਏ। ਜੇ ਜਿੱਥੇ ਕਿਤੇ ਸਿੱਖ ਇਹਨਾਂ ਨੂੰ ਹਿੰਦੂ ਧਰਮੀਆਂ ਨੂੰ ਖਾਸ ਤੌਰ ਦੇ ਉੱਤੇ ਮਿਲਦਾ ਹੈ ਕਿ ਕਿਸੇ ਅਸਹਾਏ ਪੋਜੀਸ਼ਨ ਦੇ ਵਿੱਚ, ਤਾਂ ਇਹ ਉਸ ਦੇ ਨਾਲ ਬੁਰੀ ਤੋਂ ਬੁਰੀ ਕਰਨ ਨੂੰ ਤਿਆਰ ਹੁੰਦੇ ਨੇ। ਕਈ ਲਿੰਚਿੰਗ ਦੇ ਕੇਸ ਸਾਹਮਣੇ ਆਏ ਨੇ। ਕਰੀਮਤ ਹੈ ਕਿ ਸਿੱਖਾਂ ਨੇ ਇਸ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਕੀਤਾ ਕਿ ਇਕੱਠੇ ਹੋ ਕੇ ਇੱਕ ਭੀੜ ਬਣ ਕੇ ਕਿਸੇ ਇੱਕ ਹਿੰਦੂ ਦੇ ਉੱਤੇ ਹਮਲਾ ਕਰਨ। ਗੁਰੂ ਕਰੇ ਕਿ ਇਸ ਤਰ੍ਹਾਂ ਦੀ ਪੋਜੀਸ਼ਨ ਕਦੇ ਨਾ ਆਵੇ। ਇਹਨਾਂ ਦੀ ਜਿਹੜੀ ਬੌਧਿਕਤਾ ਦੀ ਜਿਹੜਾ ਬੌਧਿਕ ਨੰਗ ਹੈ ਤੇ ਜਿਹੜਾ ਇਹਨਾਂ ਦਾ ਇਖਲਾਕੀ ਨੰਗ ਹੈ ਉਹੀ ਪ੍ਰਗਟ ਹੋਣਾ ਚਾਹੀਦਾ ਹੈ। ਸਾਡੇ ਤੇ ਚਾਹੇ ਜ਼ੁਲਮ ਹੁੰਦਾ ਰਹੇ ਲੇਕਿਨ ਸਾਡਾ ਇਖਲਾਕ ਕਾਇਮ ਰਹਿਣਾ ਚਾਹੀਦਾ ਹੈ। ਲੇਕਿਨ ਇਹਨਾਂ ਵੱਲੋਂ ਕੀ ਹੋਇਆ, ਜਿਹੜੀ ਕਿਸ ਕਿਸਮ ਦੀ ਇਹਨਾਂ ਨੇ ਦੋਸਤੀ ਕੀਤੀ, ਕਿਸ ਕਿਸਮ ਦੀ ਸਿਆਸਤ ਕੀਤੀ ਕਿ ਅੱਜ ਉਹ ਸਾਰੇ ਦੇ ਸਾਰੇ ਜਿਨ੍ਹਾਂ ਦੇ ਨਾਲ 20-25 ਸਾਲ ਮਿਲ ਕੇ ਇਹ ਕੰਮ ਕਰਦੇ ਰਹੇ ਨੇ ਉਹ ਸਭ ਦੇ ਸਭ ਸਾਡੇ ਬਰਖਲਾਫ ਬਣ ਔਰ ਸਿੱਖ ਨੂੰ ਬਰਦਾਸ਼ਤ ਨਹੀਂ ਕਰ ਸਕ ਰਹੇ। ਵਿਦੇਸ਼ਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖਾਂ ਦੇ ਕਤਲ ਹੋਏ ਨੇ ਔਰ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਇਹ ਸਰਕਾਰ ਵੱਲੋਂ ਕਰਾਏ ਗਏ ਨੇ। ਅੱਜ ਤੱਕ ਮੈਂ ਕਦੇ ਨਹੀਂ ਸੁਣਿਆ ਕਿ ਕਿਸੇ ਅਕਾਲੀ ਨੇ ਇਸ ਦੇ ਬਾਰੇ ਬਿਆਨ ਦਿੱਤਾ ਹੋਵੇ ਕਿ ਬਹੁਤ ਮਾੜਾ ਹੋਇਆ, ਨਹੀਂ ਹੋਣਾ ਚਾਹੀਦਾ, ਕਿਉਂ ਹੋਇਆ ਸਾਨੂੰ ਦੱਸੋ ਇਸ ਦੇ ਬਾਰੇ। ਜਿਹੜੇ ਆਪਣੇ ਆਪ ਨੂੰ ਅਕਾਲੀ ਅਖਬਾਰੇ ਨੇ ਅੱਜ ਕੱਲ੍ਹ ਬਲਟੋਆ ਵਗੈਰਾ ਬਾਕੀ ਦੇ ਇਹਨਾਂ ਦੇ ਜਿਹੜੇ ਦਲ ਦੇ ਮੈਂਬਰ ਇਤਿਆਦ ਆਣਗੇ, ਤੋਂ ਇਹ ਸਾਰੇ ਦੇ ਸਾਰੇ ਇਹ BJP ਨਾਲ RSS ਨਾਲ ਤਾਂ ਇਹ ਮਿਲੇ ਹੋਏ ਨੇ ਤੇ ਇਹ ਜਥੇਦਾਰ ਦਾ ਤਾਂ ਕੋਈ ਤਲਕ ਨਹੀਂ ਇਹਨਾਂ ਚੀਜ਼ਾਂ ਦੇ ਨਾਲ। ਮੈਂ ਜਥੇਦਾਰਾਂ ਨੂੰ ਜਾਣਦਾ ਨਹੀਂ ਲੇਕਿਨ ਮੈਂ ਜੋ ਮੈਨੂੰ ਸਰਫੇਸ ਦੇ ਉੱਤੇ ਚੰਗੀ ਅੱਖ ਨੂੰ ਜਿਸ ਤਰ੍ਹਾਂ ਕਹਿੰਦੇ ਦਿਖਾਈ ਦਿੰਦਾ ਮੈਂ ਉਸ ਦੀ ਗੱਲ ਕਰ ਰਿਹਾ। ਹੁਣ ਜਥੇਦਾਰ ਸਾਹਿਬਾਨ ਇੱਕ ਕਮਜ਼ੋਰੀ ਦਿਖਾ ਰਹੇ ਨੇ, ਉਹ ਇਹ ਹੈ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਜਿਸ ਵੇਲੇ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਤੁਰੰਤ ਉਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਸੀ। ਐਕਸ਼ਨ ਕੀ ਹੈ? ਹੁਣ ਇਹ ਕੋਈ ਇਖਲਾਕੀ ਮਸਲਾ ਤਾਂ ਹੈ ਨਹੀਂ ਕਿ ਉਸਨੇ ਕੋਈ ਕਿਸੇ ਤਰ੍ਹਾਂ ਦੀ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਹੈ, ਇਹ ਤਾਂ ਸਿਆਸੀ ਮਸਲਾ ਹੈ। ਸਿਆਸੀ ਮਸਲੇ ਦੇ ਕਾਰਨ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਤਾਂ ਹੁਣ ਇਹ ਕੋਈ ਉਹ ਕੱਲਾ ਨਹੀਂ, ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਹੁਣ ਉਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਤੁਰੰਤ ਉਸ ਤੋਂ ਬਾਅਦ, ਕਿਉਂਕਿ ਜਥੇਦਾਰ ਆਪਣੇ ਆਪ ਦੇ ਵਿੱਚ ਸਾਡੇ ਮਾਲਕ ਨਹੀਂ ਹਨ, ਨਾ ਇਹ ਜਥੇਦਾਰਾਂ ਦੇ ਕੋਲ ਕੋਈ ਐਸੀ ਸ਼ਕਤੀ ਹੈ ਕਿ ਇਹ ਸਾਡੇ ਉੱਤੇ ਆਪਣੇ ਫੈਸਲੇ ਠੋਸ ਸਕਣ। ਇਹਨਾਂ ਨੂੰ ਚਾਹੀਦਾ ਸੀਗਾ ਕਿ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਜਿਹੜੀਆਂ ਵੀ ਬੱਚੀਆਂ ਹਨ, ਜਿਨ੍ਹਾਂ ਨੂੰ ਇਹ ਸਮਝਦੇ ਹਨ ਕਿ ਸਿੱਖੀ ਦੀ ਗੱਲ ਕਰਦੇ ਨੇ ਜਾਂ ਸਿੱਖੀ ਨੂੰ ਸਮਝਦੇ ਨੇ, ਉਹਨਾਂ ਲੋਕਾਂ ਦੀ ਇੱਕ ਛੋਟੀ ਜਿਹੀ ਕਨਵੈਨਸ਼ਨ ਬੁਲਾ ਕੇ ਅਕਾਲ ਤਖਤ ਦੇ ਉੱਤੇ ਜਾਂ ਹੋਰ ਕਿਤੇ ਜਿੱਥੇ ਵੀ ਮੁਨਾਸਬ ਸਮਝਦੇ ਨੇ ਉੱਥੇ ਇਹਨਾਂ ਨੂੰ ਉਹਨਾਂ ਦੇ ਵਿਚਾਰ ਲੈਣੇ ਚਾਹੀਦੇ ਸੀ ਔਰ ਇਹ ਕਰਨਾ ਚਾਹੀਦਾ ਸੀਗਾ ਕਿ ਜੀ ਅਸੀਂ ਹੁਣ ਕਿਸ ਤਰ੍ਹਾਂ ਨਾਲ ਇਸ ਸੰਕਟ ਦੇ ਵਿੱਚੋਂ ਨਿਕਲੀਏ। ਜਿਹੜਾ ਸੰਕਟ ਕੌਮ ਦੇ ਉੱਤੇ ਆਇਆ ਹੋਇਆ ਹੈ, ਜਥੇਦਾਰਾਂ ਦੇ ਉੱਤੇ ਤਾਂ ਕੋਈ ਸੰਕਟ ਨਹੀਂ। ਹੁਣ ਹੈਰਾਨੀ ਮੈਨੂੰ ਜਥੇਦਾਰ ਦੀ ਹੁੰਦੀ ਹੈ ਕਿ ਇਸ ਵੇਲੇ ਸਿੱਖ ਪੰਥ ਦੇ ਵਿੱਚ ਜੋ ਵੀ ਆਪਣੇ ਸਾਹਮਣੇ ਦਿਸਦੇ ਲੋਕ ਹਨਗੇ, ਉਹਨਾਂ ਦੇ ਵਿੱਚ ਸਭ ਤੋਂ ਪਾਵਰਫੁਲ, ਸਭ ਤੋਂ ਤਾਕਤਵਰ ਇਸ ਵੇਲੇ ਜਥੇਦਾਰ ਅਕਾਲ ਤਖਤ ਹੈ, ਕਿਉਂਕਿ ਹਰ ਕਿਸਮ ਦੇ ਲੋਕ ਉਸ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੇ ਨੇ ਔਰ ਉਸ ਦੇ ਹੱਥ ਦੇ ਵਿੱਚ ਹੈ ਕਿ ਉਹ ਕਿਸ ਤਰ੍ਹਾਂ ਦੀ ਨਵੀਂ ਸਿਆਸਤ ਇਸ ਦੇ ਵਿੱਚੋਂ ਕੱਢਦਾ ਹੈ। ਤਾਂ ਇਹ ਉਹਨਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਸੀ। ਤਾਂ ਇਹ ਗੁੰਝਲ ਤਾਂ ਜ਼ਰੂਰ ਹੈ ਕਿ ਜਥੇਦਾਰ ਨੂੰ ਕੀ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਨਾਲ
ਕੀ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਹੈ। ਲੇਕਿਨ ਆ ਜਿਹੜੀ ਵਲਟੋਹਾ ਸਾਹਿਬ ਕਹਿ ਰਹੇ ਨੇ, ਵਲਟੋਹਾ ਸਾਹਿਬ ਦਾ ਹੁਣ ਕਹਿੰਦੇ ਸੀਗੇ ਮੈਂ ਸੰਤ ਜਰਨੈਲ ਸਿੰਘ ਹੋਰਾਂ ਦੇ ਨਾਲ ਵੀ ਰਿਹਾ, ਪਰ ਲੇਕਿਨ ਸੰਤ ਜਰਨੈਲ ਸਿੰਘ ਹੋਰਾਂ ਦੇ ਜਿਹੜੇ ਘੋਰ ਵਿਰੋਧੀ ਸੀ ਉਹਨਾਂ ਦੇ ਨਾਲ ਵੀ ਉਹ ਉਸ ਤੋਂ ਵੀ ਜ਼ਿਆਦਾ ਰਹੇ ਨੇ। ਇਹਨਾਂ ਦਾ ਕੀ ਕਿਹਾ ਜਾਵੇ। ਸੋ ਇਹ ਜਿਹੜਾ ਇਹਨਾਂ ਦਾ ਇਲਜ਼ਾਮ ਹੈ ਇਹ ਬਹੁਤਾ ਮੈਨੂੰ ਸਾਰਥਕ ਨਹੀਂ ਲੱਗਦਾ। ਅੱਜ ਉਹ ਅਖਬਾਰ ਦੇ ਵਿੱਚ ਵੀ ਕੁਝ ਖਬਰਾਂ ਆਉਣਗੀਆਂ ਕਿ ਇਹ ਸਿਰਫ ਜਥੇਦਾਰ ਦੇ ਉੱਤੇ ਇੱਕ ਦਬਾਅ ਪਾਉਣ ਦੀ ਕੋਸ਼ਿਸ਼ ਹੈ ਤਾਂ ਕਿ ਉਹ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦੇਵੇ, ਇਹਨਾਂ ਦੇ ਬਰਖਲਾਫ ਫੈਸਲਾ ਨਾ ਦੇਵੇ। ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੂੰ ਉਹ ਚਾਹੁੰਦੇ ਨੇ ਕੇਂਦਰ ਵਾਲੇ ਜਾਂ ਬੀਜੇਪੀ ਵਾਲੇ, ਆਰਐਸਐਸ ਵਾਲੇ ਕਿ ਇਹ ਪ੍ਰਧਾਨ ਨਾ ਬਣੇ, ਲੇਕਿਨ ਉਹਨਾਂ ਨੇ ਤਾਂ ਹੁਣ ਤੱਕ ਉਸ ਨੂੰ ਪ੍ਰਧਾਨ ਕਾਇਮ ਰੱਖਿਆ। ਔਰ ਮੈਨੂੰ ਨਹੀਂ ਪਤਾ ਲੱਗਦਾ ਕਿ ਕੀ ਬਦਲਾਅ ਆਇਆ ਉਸ ਦੇ ਵਿੱਚ ਜਿਸ ਕਰਕੇ ਕਿ ਹੁਣ ਇਹ ਆਰਐਸਐਸ ਵਾਲੇ ਤੇ ਸਾਰੇ ਇਹਨਾਂ ਦੇ ਬਰਖਲਾਫ ਹੋ ਗਏ ਨੇ। ਇਸ ਦੇ ਬਾਰੇ ਤਾਂ ਇੰਨਾ ਕੀ ਕੁਝ ਕਿਹਾ ਜਾ ਸਕਦਾ ਹੈ। ਜੀ ਸਰਦਾਰ ਸਾਹਿਬ, ਜਦੋਂ ਅਸੀਂ ਜਥੇਦਾਰ ਸਾਹਿਬ ਦੀ ਭੂਮਿਕਾ ਦੀ ਗੱਲ ਕਰਦੇ ਹਾਂ, ਕਿਉਂਕਿ ਜੇ ਇਹਨਾਂ ਨੂੰ ਲੱਗਦਾ ਹੈ ਕਿ ਆਰਐਸਐਸ ਤੇ ਬੀਜੇਪੀ ਦਾ ਦਬਾਅ ਹੈ, ਇਹਦਾ ਮਤਲਬ ਇਹ ਹੈ ਕਿ ਜਿਹੜੇ ਲਗਾਤਾਰ ਸਵਾਲ ਉੱਠਦੇ ਸੀ ਕਿ ਜੀ ਪਰਚੀਆਂ ਚੋਂ ਨਿਕਲੇ ਜਾਂ ਇਹਨਾਂ ਦੇ ਚੁੰਗਲ 'ਚ ਜਥੇਦਾਰ ਨੇ ਜਾਂ ਸ਼੍ਰੋਮਣੀ ਕਮੇਟੀ ਇਹਨਾਂ ਦੇ ਕਬਜ਼ੇ 'ਚ ਹੈ, ਮਤਲਬ ਕਿ ਉਹ ਹੁਣ ਪ੍ਰਭਾਵ ਖਤਮ ਹੋ ਚੁੱਕਿਆ ਹੈ ਕਿਉਂਕਿ ਹੁਣ ਸ਼੍ਰੋਮਣੀ ਕਮੇਟੀ ਦਾ ਇਜਲਾਸ ਵੀ ਜਿਹੜਾ ਉਹ ਸੱਦਿਆ ਗਿਆ। ਸ਼ਾਇਦ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਆ। ਉਸ ਸਭ ਦੇ ਵਿੱਚ ਮਤਲਬ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕਹਿੰਦੇ ਗੁਪਤ ਮੀਟਿੰਗਾਂ ਦਾ ਵੀ ਇਹ ਚਰਚਾ ਚੱਲ ਰਹੀ ਹੈ ਕਿ ਗੁਪਤ ਮੀਟਿੰਗਾਂ ਦਾ ਦੌਰ ਚੱਲ ਰਿਹਾ, ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਜਾਂ ਉਹਨਾਂ ਦੇ ਧੜੇ ਦੇ ਪੱਖ ਵਿੱਚ ਭੁਗਤਾਉਣ ਦੀਆਂ ਗੱਲਾਂ ਚੱਲ ਰਹੀਆਂ। ਇਹਦਾ ਜੇ ਜਥੇਦਾਰ ਸਾਹਿਬ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਚੁੱਕੇ ਨੇ ਤਾਂ ਕੀ ਉਹ ਵਾਕਈ ਬੀਜੇਪੀ ਜਾਂ ਆਰਐਸਐਸ ਦੇ ਪ੍ਰਭਾਵ ਹੇਠ ਨੇ ਜਾਂ ਉਹ ਸੁਤੰਤਰ ਤੌਰ ਦੇ ਉੱਤੇ ਵਿਚਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਫਿਰ ਕੀ ਉਹਨਾਂ ਦੀ ਕੋਈ ਇਹੋ ਜਿਹੀ ਕਮਜ਼ੋਰੀ ਹੈ ਕਿ ਉਹ ਇਸ ਮਾਮਲੇ ਨੂੰ ਲਟਕਾ ਰਹੇ ਨੇ। ਇਹ ਸਵਾਲ ਵੀ ਤਾਂ ਆਮ ਸਿੱਖ ਦੇ ਮਨ ਵਿੱਚ ਵੀ ਤਾਂ ਉੱਠਦੇ ਹੋਣੇ ਨਾ ਕਿ ਕਿਉਂ ਇੰਨਾ ਲਮਕਾਇਆ ਜਾ ਰਿਹਾ। ਇੱਕ ਤਨਖਾਹੀਆ ਬੰਦਾ ਜਿਹੜਾ ਉਹ ਲੋਕਾਂ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਕਿਵੇਂ ਵਿਚਰ ਰਿਹਾ, ਜਾਂ ਜਥੇਦਾਰ ਸਾਹਿਬ ਨੂੰ ਇਹ ਕਹਿੰਦੇ ਕਿ ਹੁਣ ਅਸੀਂ ਅਕਾਲੀ ਦਲ ਨੇ ਕੋਰ ਕਮੇਟੀ ਜਿਹੜੀ ਕੱਲ ਮੀਟਿੰਗ ਕੀਤੀ ਸੀ, ਇਹ ਕਹਿੰਦੇ ਅਸੀਂ ਭੁੰਦੜ ਸਾਹਿਬ ਦੀ ਅਗਵਾਈ 'ਚ 11 ਮੈਂਬਰੀ ਵਫਦ ਬਣਾ ਕੇ ਜਥੇਦਾਰ ਸਾਹਿਬ ਤੋਂ ਸਮਾਂ ਲਵਾਂਗੇ, ਉਹਨਾਂ ਨੂੰ ਇਹਨਾਂ ਹਾਲਾਤਾਂ ਬਾਰੇ ਜੋ ਸ਼ਿਕਾਇਤਾਂ ਪਹੁੰਚੀਆਂ ਜਾਂ ਜੋ ਕੁਝ ਸੁਖਬੀਰ ਬਾਦਲ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਚੱਲਿਆ ਉਹਦੇ ਬਾਰੇ ਦੱਸਣ ਜਾਣਾ। ਸੁਖਵਿੰਦਰ ਜੀ, ਜਾਪਦਾ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ ਵੀ ਹੁਣੇ ਇਸ ਮਹੀਨੇ ਹੀ ਆ ਰਹੀਆਂ ਨੇ ਤੇ ਨੇੜੇ ਹਨਗੀਆਂ ਬਹੁਤ। ਉਧਰਲੇ ਪਾਸਿਓਂ ਪੰਚਾਇਤ ਚੋਣਾਂ ਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਇਹ ਜਿਹੜੀਆਂ ਚੋਣਾਂ ਹਨਗੀਆਂ ਇਹਨਾਂ ਦੇ ਉੱਤੇ ਇਹ ਅਸਰਅੰਦਾਜ਼ ਹੋਣਾ ਚਾਹੁੰਦੇ ਨੇ ਜਿਹੜੇ ਅਕਾਲੀ ਦਲ ਵਾਲੇ ਹਨਗੇ। ਇਹ ਇਸ ਦੇ ਵਿੱਚ ਸ਼ੱਕ ਨਹੀਂ ਕਿ ਉਹ ਜਥੇਦਾਰ ਸਾਹਿਬ ਉਹਨਾਂ ਦੀ ਜੇਬ ਦੇ ਵਿੱਚੋਂ ਨਿਕਲੇ ਨੇ, ਲੇਕਿਨ ਇਸ ਵੇਲੇ ਉਹ ਜਿਹੜਾ ਸਾਰਾ ਡਰ ਹੈ ਉਹ ਮਨਫੀ ਹੋ ਚੁੱਕਿਆ ਹੈ ਕਿਉਂਕਿ ਇਹ ਉਹਨਾਂ ਦੇ ਸਾਹਮਣੇ ਇੱਕ ਅਪਰਾਧੀ ਦੀ ਹੈਸੀਅਤ ਦੇ ਵਿੱਚ ਖੜੇ ਹਨਗੇ। ਔਰ ਇਸ ਵੇਲੇ ਉਹਨਾਂ ਤੇ ਕੋਈ ਡਰ ਨਹੀਂ। ਵੱਧ ਤੋਂ ਵੱਧ ਗੱਲ ਇਹ ਹੈਗੀ ਕਿ ਜੇ ਫਰਜ਼ ਕਰੋ ਜਥੇਦਾਰ ਸਾਹਿਬ ਦਾ ਜਿਹੜਾ ਜੇ ਉਹ ਕੌਮ ਦੇ ਹੱਕ ਦਾ ਕੋਈ ਫੈਸਲਾ ਲੈਂਦੇ ਨੇ, ਅਕਾਲੀ ਦਲ ਦੇ ਹੱਕ ਦੇ ਵਿੱਚ ਫੈਸਲਾ ਲੈਂਦੇ ਨੇ, ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਜਾਂ ਉਸਦੇ ਸੰਵਿਧਾਨ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਵੱਧ ਤੋਂ ਵੱਧ ਇਹ ਹੈ ਕਿ ਕਿਸੇ ਵੇਲੇ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਇਸ ਪਦਵੀ ਤੋਂ ਕੱਢ ਸਕਦੇ ਨੇ। ਲੇਕਿਨ ਇਹ ਪਦਵੀ ਹੁਣ ਕੋਈ ਮਾਇਨਾ ਨਹੀਂ ਰੱਖਦੀ। ਇਸ ਵੇਲੇ ਉਹਨਾਂ ਦੇ ਕੋਲੇ ਇੱਕ ਐਡਾ ਵੱਡਾ ਹਥਿਆਰ ਆ ਚੁੱਕਾ ਹੈ, ਬ੍ਰਹਮਅਸਤਰ ਆ ਚੁੱਕਾ ਹੈ ਕਿ ਉਹ ਸੰਸਾਰ ਦੇ ਇਤਿਹਾਸ ਦੇ ਵਿੱਚ ਆਪਣਾ ਨਾਂ ਲਿਖਾਉਣ ਦੇ ਕਾਬਲ ਹੋ ਗਏ ਨੇ। ਜਥੇਦਾਰ ਦੀ ਤਾਂ ਜੇ ਫਰਜ਼ ਕਰੋ ਉਹ ਕੱਲ ਨੂੰ ਕੱਢ ਵੀ ਦੇਣ ਤਾਂ ਇਹ ਜਿਹੜਾ ਇਹਨਾਂ ਦਾ ਇਤਿਹਾਸਿਕ ਦਰਜਾ ਹੈਗਾ ਇਹ ਕਦੇ ਨਹੀਂ ਮਿਟ ਸਕਦਾ ਸੰਸਾਰ ਦੇ ਵਿੱਚ। ਜੇ ਉਹ ਅਕਾਲੀ ਦਲ ਨੂੰ ਰਿਵਾਈਵ ਕਰ ਸਕਦੇ ਨੇ ਤਾਂ ਉਹਨਾਂ ਨੂੰ ਇਸ ਗੱਲ ਦੀ ਸ਼ਾਇਦ ਕਹਿੰਦੇ ਗੁਰੂ ਸਾਹਿਬ ਦੇ ਸਮੇਂ ਦੇ ਵੇਲੇ ਦੀ ਗੱਲ ਕਰਦਾ ਹੈ ਰਤਨ ਸਿੰਘ ਭੰਗੂ, ਕਹਿੰਦਾ ਗੁਰੂ ਸਾਹਿਬ ਨੇ ਕਿਹਾ ਆਓ ਤੁਹਾਨੂੰ ਅਸੀਂ ਦੱਖਣ ਦੇ ਵਿੱਚ ਰਾਜ ਦਵਾਉਂਦੇ ਹਾਂ, ਤਾਂ ਲੋਕ ਕਹਿਣ ਲੱਗੇ ਨਹੀਂ ਮਹਾਰਾਜ ਸਾਨੂੰ ਤਾਂ ਇੱਥੇ ਹੀ ਇੱਥੇ ਪੰਜਾਬ ਦੇ ਵਿੱਚ ਹੀ ਸਾਨੂੰ ਤਾਂ ਰਾਜ ਚਾਹੀਦਾ, ਸਾਡੀ ਸ਼ਕਤੀ ਇੱਥੇ ਬਣਨੀ ਚਾਹੀਦੀ ਹੈ। ਤਾਂ ਉਸ ਦੇ ਉੱਤੇ ਟਿੱਪਣੀ ਕਰਦਾ ਹੈ ਰਤਨ ਸਿੰਘ ਭੰਗੂ, ਕਹਿੰਦਾ ਹੁਤੇ ਗਰੀਬਨ ਕੇ ਇਹ ਜਾਏ ਤਾਂ ਤੇ ਕਰਤ ਨਾ ਲੰਮੇ ਜਾਏ। ਇਹ ਗਰੀਬਾਂ ਦੇ ਪੁੱਤ ਸਨ, ਛੋਟੇ ਛੋਟੇ ਲੋਕ ਉੱਠ ਕੇ ਬਣ ਗਏ ਸਨ ਪ੍ਰਧਾਨ, ਵੱਡੇ ਵੱਡੇ ਜਰਨੈਲ, ਤੇ ਇਸ ਕਰਕੇ ਵੱਡੇ ਵੱਡੇ ਲੰਮੇ ਦਾਈਏ ਨਹੀਂ ਸੀ ਕਰ ਸਕਦੇ ਸਿਆਸੀ ਤੌਰ ਦੇ ਉੱਤੇ। ਜਥੇਦਾਰ ਸਾਹਿਬਾਨ ਉਹ ਚੁਣੇ ਜਾਂਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਇਹ ਸਮਝਣ ਕਿ ਇਹ ਸਭ ਤੋਂ ਵੱਧ ਸਾਡੇ ਆਖੇ ਦੇ ਵਿੱਚ ਰਹਿਣਗੇ। ਇਸੇ ਤਰ੍ਹਾਂ ਹੀ ਇਹ
ਪਾਰਲੀਮੈਂਟ ਦੇ ਮੈਂਬਰ ਵਗੈਰਾ ਚੁਣਦੇ ਸਨ। ਇੱਕ ਵਾਰੀ ਕੀ ਗੱਲ ਹੋਈ ਕਿ ਕਿਸੇ ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਦਾ ਪਾਰਲੀਮੈਂਟ ਮੈਂਬਰ ਹੈ ਉਹ ਤੁਹਾਡੇ ਬਰਖਲਾਫ ਬਗਾਵਤ ਕਰਨ ਲੱਗਿਆ। ਇਸ ਦੇ ਉੱਤੇ ਟਿੱਪਣੀ ਕੀਤੀ ਇਹਨਾਂ ਦੀ ਬੇਗਮ ਨੇ। ਉਹਨਾਂ ਨੇ ਫਰਮਾਇਆ ਉਹ ਕਿਸ ਤਰ੍ਹਾਂ ਕਰ ਸਕਦਾ, ਉਹ ਤਾਂ ਭੱਠੇ ਦੇ ਉੱਤੇ ਮੁਨਸ਼ੀ ਹੁੰਦਾ ਸੀ। ਯਾਨੀ ਕਿ ਇਹਨਾਂ ਨੇ ਆਪਣੇ ਕਰਿੰਦੇ ਜਾਂ ਜਿਹੜੇ ਇਹਨਾਂ ਨੇ ਨੁਮਾਇੰਦੇ ਚੁਣੇ ਨੇ, ਜਿਹੜੇ ਪੰਥ ਦੇ ਉੱਤੇ ਇਹਨਾਂ ਨੇ ਸਥਾਪਿਤ ਕੀਤੇ ਨੇ, ਉਹ ਇਸ ਤਰ੍ਹਾਂ ਦੇ ਲੋਕ ਹਨਗੇ ਕਿ ਜਿਹੜੇ ਆਪਣੇ ਆਪ ਨੂੰ ਬਹੁਤਾ ਵੱਡਾ ਨਹੀਂ ਸਮਝਦੇ ਤੇ ਇਸ ਦੇ ਵਿੱਚ ਸਮਝਣ ਕਿ ਸਾਡੇ ਉਹ ਗੁਲਾਮ ਰਹਿਣਗੇ। ਹੁਣ ਇਹ ਸਮੀਕਰਨ ਬਦਲ ਚੁੱਕੇ ਨੇ। ਜਥੇਦਾਰ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਮੀਕਰਨ ਹੁਣ ਹੈ ਨਹੀਂ। ਹੁਣ ਜਥੇਦਾਰ ਆਪਣੇ ਆਪ ਇਸ ਵੇਲੇ ਸਭ ਤੋਂ ਤਾਕਤਵਰ ਆਦਮੀ ਹੈ ਔਰ ਇਹ ਉਹਨਾਂ ਦੇ ਸਾਹਮਣੇ ਅਪਰਾਧੀ ਦੇ ਤੌਰ ਤੇ ਖੜੇ ਨੇ। ਇਹਨਾਂ ਦੀ ਕੋਈ ਗੱਲ ਮੰਨਣ ਦੀ ਲੋੜ ਨਹੀਂ ਹੈ ਉਸ ਨੂੰ। ਇਹਨਾਂ ਨੂੰ ਚਾਹੀਦਾ ਤਾਂ ਇਹ ਹੈਗਾ ਕਿ ਇੱਕ ਨੁਮਾਇੰਦਾ ਕਨਵੈਨਸ਼ਨ ਬੁਲਾ ਕੇ ਤੇ ਅਕਾਲੀ ਦਲ ਨੂੰ ਰਿਵਾਈਵ ਕਰਨ ਦੀਆਂ ਗੱਲਾਂ ਕਰਨ ਔਰ 5-4 ਮਹੀਨਿਆਂ ਦੇ ਵਿੱਚ ਇਹ ਸਾਰਾ ਕਾਰਜ ਸਿਰੇ ਚੜ ਸਕਦਾ ਹੈ। ਇਹ ਜੋ ਜਥੇਦਾਰ ਨੂੰ ਇਹ ਸਮਝ ਰਹੇ ਨੇ, ਜਥੇਦਾਰ ਉਹ ਹੈ ਨਹੀਂ। ਜਥੇਦਾਰ ਆਪਣੇ ਆਪ ਨੂੰ ਕੀ ਸਮਝ ਰਿਹਾ, ਜੇ ਉਹ ਆਪਣੇ ਆਪ ਨੂੰ ਸਮਝ ਰਿਹਾ ਕਿ ਮੈਂ ਇਹਨਾਂ ਦਾ ਅਪਾਇੰਟ ਕੀਤਾ ਹੋਇਆ, ਇਹਨਾਂ ਦੀ ਗੁਲਾਮੀ ਕਰਨ ਵਾਸਤੇ ਮਜਬੂਰ ਹਾਂ, ਤਾਂ ਉਸ ਨੂੰ ਵੀ ਆਪਣੇ ਭਾਰ ਦਾ ਪਤਾ ਨਹੀਂ। ਆਪਣੇ ਇੱਕ ਕਹਾਵਤ ਹੁੰਦੀ ਹੈ ਕਿ ਹਾਥੀ ਨੂੰ ਆਪਣੇ ਵਜ਼ਨ ਦਾ ਪਤਾ ਨਹੀਂ ਹੁੰਦਾ ਕਿ ਕਿੰਨਾ ਕੁ ਭਾਰ ਹੈ ਉਹਦੇ ਵਿੱਚ। ਇਸ ਵੇਲੇ ਜਥੇਦਾਰ ਸਾਹਿਬ ਨੂੰ ਇਹ ਰਿਅਲਾਈਜ਼ ਕਰਨ ਦੀ ਲੋੜ ਹੈ ਕਿ ਉਹਨਾਂ ਦਾ ਵਜ਼ਨ ਕਿੰਨਾ ਵੱਧ ਚੁੱਕਿਆ ਔਰ ਸਾਰੇ ਜਥੇਦਾਰਾਂ ਨੂੰ, ਕਿਉਂਕਿ ਇਸ ਵੇਲੇ ਕੌਮ ਦੀ ਕਿਸਮਤ ਘੁਟਾਲੀ ਦੇ ਵਿੱਚ ਪਈ ਹੋਈ ਹੈ। ਅਸੀਂ ਬਹੁਤ ਕੁਝ ਗਵਾ ਚੁੱਕੇ ਹਾਂ, ਲੱਖਾਂ ਲੋਕ ਸ਼ਹੀਦ ਕਰਵਾ ਚੁੱਕੇ ਹਾਂ। ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਕੋਈ ਸਾਨੂੰ ਤੋੜ ਨਹੀਂ ਮਿਲਿਆ ਔਰ ਕੋਈ ਅਸੀਂ ਉਸ ਦੇ ਬਾਰੇ ਪੜਤਾਲ ਨਹੀਂ ਕਰਵਾਈ। ਖਾਸ ਤੌਰ ਤੇ ਇਹਨਾਂ ਸੱਜਣਾਂ ਦੇ ਕਰਕੇ ਜਿਹੜੇ ਹੁਣ ਜਥੇਦਾਰ ਨੂੰ ਮਿਹਣੇ ਦੇ ਰਹੇ ਨੇ, ਇਹਨਾਂ ਦੇ ਕਰਕੇ ਇਹ ਸਾਰਾ ਕੁਝ ਨਹੀਂ ਹੋਇਆ। ਤਾਂ ਅਸੀਂ ਬਹੁਤ ਕੁਝ ਸਾਡੀ ਕੌਮ ਦਾ ਗਵਾ ਚੁੱਕਿਆ ਔਰ ਜਿਹੜੇ ਬਾਹਰੀ ਹਮਲੇ ਹਨ ਕਿ ਸਾਡੇ ਉੱਤੇ ਰੋਜ਼ ਦੀ ਰੋਜ਼ ਤਾਜ਼ਾ ਹੁੰਦੇ ਜਾ ਰਹੇ ਨੇ ਔਰ ਘੋਰ ਹੁੰਦੇ ਜਾ ਰਹੇ ਨੇ। ਰੋਜ਼ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਦੇ ਵਿੱਚ ਸਾਨੂੰ ਧਰਵਾਸ ਚਾਹੀਦਾ ਹੈ, ਸਾਨੂੰ ਸਿਆਸੀ ਜਮਾਤ ਚਾਹੀਦੀ ਹੈ। ਸਿਆਸੀ ਜਮਾਤ ਉਹ ਚਾਹੀਦੀ ਹੈ ਜਿਹੜੀ ਸਾਡੀ ਗੱਲ ਕਰੇ, ਨਾ ਕਿ ਆਪਣੇ ਆਕਾ ਦੀ ਗੱਲ ਕਰੇ, ਨਾ ਕਿ ਉਹ ਜਿਹੜੇ ਸਿਆਸੀ ਲੋਕ ਹੋਣ ਜਿਹੜੇ ਉਸ ਜਮਾਤ ਦੇ ਕਾਰਕ ਹੋਣ, ਜਿਹੜੇ ਵੀ ਉਹਨਾਂ ਦੇ ਕੰਮ ਕਰਨ ਵਾਲੇ ਜਾਂ ਜੋ ਅਹੁਦੇਦਾਰ ਹੋਣ, ਉਹ ਸਾਰੇ ਦੇ ਸਾਰੇ ਪੰਥ ਦਾ ਭਲਾ ਸੋਚਣ, ਨਾ ਕਿ ਇੱਕ ਆਦਮੀ ਦੇ ਸੀਰੀ ਲੱਗ ਕੇ ਉਹਨਾਂ ਦੇ ਘਰ ਮਾਇਆ ਢੋਣ ਦਾ ਕੰਮ ਕਰਨ। ਇਹੋ ਜਿਹੇ ਬੰਦੇ ਸਾਨੂੰ ਚਾਹੀਦੇ ਆ। ਜਥੇਦਾਰ ਇਹੋ ਜਿਹੇ ਬੰਦੇ ਸਾਡੀ ਕੌਮ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਪਏ ਨੇ, ਕਿਉਂਕਿ ਗੁਰੂ ਦੇ ਉੱਤੇ ਭਰੋਸਾ ਕਰਕੇ ਜਿਹੜੀ ਕੌਮ ਇਸ ਜ਼ਮਾਨੇ ਦੇ ਵਿੱਚ ਲੱਖਾਂ ਸ਼ਹੀਦੀਆਂ ਦੇ ਸਕਦੀ ਹੈ, ਉਹ ਲੱਖਾਂ ਇਮਾਨਦਾਰ ਬੰਦੇ ਵੀ ਆਪਣੇ ਵਿੱਚੋਂ ਪੈਦਾ ਕਰ ਸਕਦੀ ਹੈ। ਉਹਨਾਂ ਨੂੰ ਸਿਰਫ ਲੱਭਣ ਦੀ ਲੋੜ ਹੈ। ਜਥੇਦਾਰ ਨੂੰ ਹੌਸਲਾ ਕਰਨਾ ਚਾਹੀਦਾ। ਹੋ ਸਕਦਾ ਉਸ ਦਾ ਜਿਹੜਾ ਜੇ ਉਹ ਇਹਨਾਂ ਦੇ ਪ੍ਰੈਸ਼ਰ ਤੇ ਹੇਠ ਆ ਜਾਂਦੇ ਨੇ ਤੇ ਉਹ ਆਪਣੀ ਵੀ ਸਾਖ ਗਵਾ ਲੈਣਗੇ ਤੇ ਇਹਨਾਂ ਦੀ ਤਾਂ ਗੁਆਚੀ ਹੋਈ ਹੈ, ਇਹਨਾਂ ਦੀ ਹੁਣ ਬਣ ਨਹੀਂ ਸਕਦੀ। ਜਿਸ ਤਰ੍ਹਾਂ ਨਾਲ ਇਹ ਵਿਚਰ ਰਹੇ ਨੇ ਇਸ ਤਰ੍ਹਾਂ ਨਹੀਂ ਬਣ ਸਕਦੀ। ਇਹਨਾਂ ਦੀ ਬਣ ਸਕਦੀ ਹੈ ਲੇਕਿਨ ਇਹਨਾਂ ਨੂੰ ਬਣਾਉਣ ਦਾ ਤਰੀਕਾ ਨਹੀਂ ਅਜੇ ਤੱਕ ਆਇਆ। ਸੋ ਇਹ ਜਥੇਦਾਰ ਹੁਣ ਇਸ ਵੇਲੇ ਇਹ ਕਰ ਸਕਦੇ ਨੇ ਕਿ ਜੀ ਇਹ ਉਸ ਪਾਸੇ ਨੂੰ ਕੌਮ ਨੂੰ ਲੈ ਕੇ ਜਾਣ ਜਿਸ ਦੇ ਵਿੱਚ ਕੌਮ ਦਾ ਭਲਾ ਹੋਵੇ, ਜਿਸ ਦੇ ਵਿੱਚ ਸਾਡੀ ਸੁਰੱਖਿਆ ਹੋਵੇ, ਜਿਸ ਦੇ ਵਿੱਚ ਸਾਡੀ ਆਵਾਜ਼ ਉੱਠੇ। ਇੱਕ ਬੀਬੀ ਲੱਗੀ ਹੋਈ ਹੈ ਇਹਨਾਂ ਕੁਝ ਕਹਿਣ ਪੰਥ ਦੇ ਬਰਖਲਾਫ, ਲੋਕਾਂ ਦੇ ਬਰਖਲਾਫ, ਪੰਜਾਬ ਦੇ ਬਰਖਲਾਫ, ਤੇ ਸਾਡੇ ਕੋਲੇ ਕੋਈ ਜਵਾਬ ਦੇਣ ਵਾਲਾ ਨਹੀਂ ਜਾਪਦਾ। ਨਹੀਂ ਤਾਂ ਉਸਦੀ ਕੀ ਮਜਾਲ ਹੈ ਕਿ ਇਸ ਤਰ੍ਹਾਂ ਬੋਲੇ। ਫਿਰ ਤੁਸੀਂ ਇੰਨਾ ਕੁਝ ਕੀਤਾ ਹੈ, ਕਿਧਰੇ ਤੁਹਾਡੀ ਹਿੰਦੂ ਸਿੱਖ ਏਕਤਾ ਨਜ਼ਰ ਨਹੀਂ ਆ ਰਹੀ। तो सारा कुछ इन्होंने पंथ का मलिया मेट करता है। इस नूं दुबारे उसारना पएगा, एक एक इट ला के उसारना पएगा और जथेदार नूं पहल करनी चाहिए है। उस नूं बिल्कुल इन्हां तों डरन दी लोड़ नहीं और मेरे ख्याल दे विच उन्हां नूं इह भी लोड़ नहीं सी कि वलटोए नूं बुला के पुछदे। सगों इह तां तौहीन है एक तरह की जथेदार दी। इस दे बारे की पुछना, उस बंदे नूं पुछना जिसने इल्जाम लाया जथेदार दे उत्ते। इस दी लोड़ नहीं सी।
ਤੋ ਜਥੇਦਾਰ ਨੂੰ ਹੋਰ ਐਕਸ਼ਨ ਲੈਣ ਦੀ ਲੋੜ ਹੈ, ਜਿਹੜੇ ਕਿ ਇਸ ਤੋਂ ਬਾਹਰ ਹਨਗੇ, ਜਿਨ੍ਹਾਂ ਦੇ ਜਿਹੜੇ ਉਹ ਚਾਹੁੰਦੇ ਨੇ ਕਿ ਇਹ ਸਾਡਾ ਦਬਾਅ ਮੰਨ ਕੇ ਤੇ ਸਾਨੂੰ ਮੁੜ ਕੇ ਸਥਾਪਿਤ ਕਰ ਦੇਣ ਤਾਂ ਕਿ ਅਸੀਂ ਪੰਥ ਦੀ ਵਾਗਡੋਰ ਸੰਭਾਲ ਲਈਏ। ਇਹ ਬਹੁਤ ਮੁਸ਼ਕਲ ਕੰਮ ਹੈ, ਹੋਣਾ ਨਹੀਂ ਹੈ। ਜਥੇਦਾਰ ਮਦਦ ਕਰਨਗੇ ਤਾਂ ਵੀ ਨਹੀਂ ਹੋਣਾ ਜਿਹੜਾ ਹੈ, ਜਿਹੜਾ ਹੋ ਸਕਦਾ ਹੈ ਉਸ ਵੱਲ ਜਥੇਦਾਰ ਦਾ ਧਿਆਨ ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਬਿਲਕੁਲ, ਨਾਲੇ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਿਰ ਦੇ ਉੱਤੇ ਨੇ। ਇਹੋ ਜਿਹੇ ਮਾਮਲੇ 'ਚ ਨਾ ਤਾਂ ਜਥੇਦਾਰ ਸਾਹਿਬ ਨੂੰ ਇਹ ਹਟਾ ਸਕਦੇ ਨੇ, ਕਿਉਂਕਿ ਮਾਮਲੇ ਇਹਨਾਂ ਕੋਲ ਇਹੋ ਜਿਹੇ ਤਰੀਕੇ ਨਾਲ ਪਹੁੰਚ ਚੁੱਕੇ ਨੇ, ਜਾਂ ਇਹਨਾਂ ਨੇ ਤਨਖਾਹੀਆ ਕਰਾਰ ਦਿੱਤਾ, ਇਹਨਾਂ ਦੇ ਕੋਲ ਵਿਚਾਰ ਅਧੀਨ ਨੇ, ਜਾਂ ਫਿਰ ਉਹੋ ਜਿਹਾ ਕੋਈ ਐਕਸ਼ਨ ਵੀ ਨਹੀਂ ਲੈ ਸਕਦੇ। ਤਾਂ ਇਹੋ ਜਿਹੇ ਹਾਲਾਤ ਅਕਾਲੀ ਦਲ ਬਾਦਲ ਵਧੇਰਾ ਫਸਦੇ ਨਜ਼ਰ ਆਉਂਦਾ। ਜਦੋਂ ਅਸੀਂ ਸਜ਼ਾ ਦੀ ਗੱਲ ਕਰਦੇ ਹਾਂ, ਠੀਕ ਹੈ, ਤਨਖਾਹੀਆ ਕਰਾਰ ਦੇਣਾ ਜਾਂ ਧਾਰਮਿਕ ਤੌਰ ਉੱਤੇ ਜੋ ਵੀ ਸਜ਼ਾ ਲਾਉਣੀ ਜਾਂ ਸਿਆਸੀ ਤੌਰ ਤੇ ਲਾਉਣੀ, ਇਹ ਵੀ ਸਵਾਲ ਉੱਠ ਰਹੇ ਨੇ ਕਿ ਇਹ ਮਸਲਾ ਜਿਹੜਾ ਆ ਇਹਦੇ ਉੱਤੇ ਧਾਰਮਿਕ ਸਜ਼ਾ ਦੇ ਪਾਸੇ ਨੂੰ ਵਧਣਾ ਚਾਹੀਦਾ, ਬਜਾਏ ਇਸ ਦੇ ਕਿ ਸੁਖਬੀਰ ਬਾਦਲ ਨੂੰ ਤੁਸੀਂ ਪੰਥਕ ਤੌਰ ਦੇ ਉੱਤੇ ਹਾਸ਼ੀਏ ਤੇ ਲੈ ਜਾਓ, ਜਾਂ ਉਸ ਦੀ ਸਿਆਸਤ ਨੂੰ ਖਤਮ ਕਰ ਦਿਓ, ਜਾਂ ਫਿਰ ਉਹਨੂੰ ਮਤਲਬ ਕਿ ਪ੍ਰਧਾਨਗੀ ਤੋਂ ਲਾਹ ਦਿਓ। ਇਸ ਤਰੀਕੇ ਦੇ ਨਾਲ ਨਹੀਂ ਕਹਿੰਦੇ ਸੋਚਣਾ ਚਾਹੀਦਾ। ਇਹ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਜਥੇਦਾਰ ਸਾਹਿਬ ਧਾਰਮਿਕ ਸਜ਼ਾ ਹੋਣੀ ਚਾਹੀਦੀ ਹੈ, ਸਿਆਸੀ ਤੌਰ ਦੇ ਉੱਤੇ ਸਜ਼ਾ ਨਹੀਂ ਹੋਣੀ ਚਾਹੀਦੀ। ਜਦਕਿ ਗੱਲ ਤਾਂ ਇਹ ਹੈ ਕਿ ਗਲਤੀਆਂ, ਗੁਨਾਹ, ਪਾਪ ਜੋ ਵੀ ਹੋਇਆ ਉਹ ਸਾਰਾ ਕੁਝ ਸਿਆਸੀ ਤੌਰ ਦੇ ਉੱਤੇ ਹੋਇਆ। ਜਿੰਨੇ ਵੀ ਹੱਥਕੰਡੇ ਅਪਣਾਏ ਗਏ, ਭਾਵੇਂ ਬੀਤੇ ਜਿਹੜੇ ਜਥੇਦਾਰ ਰਹੇ, ਗਿਆਨੀ ਗੁਰਬਚਨ ਸਿੰਘ ਜਾਂ ਹੋਰ ਜਥੇਦਾਰ, ਉਹ ਸਭ ਇਸ ਗੱਲ ਦੇ ਗਵਾਹ ਹੋਣਗੇ ਜੀ। ਉਹ ਕਿਤੇ ਆ ਕੇ ਉਹਨਾਂ ਨੂੰ ਵੀ ਪੁੱਛਿਆ ਜਾਵੇ ਕਿ ਕੀ ਬੀਤਿਆ ਸੀਗਾ। ਹੋਇਆ ਸਾਰਾ ਸਿਆਸਤ ਦੇ ਪੈਰੋਂ ਹੈ। ਸਜ਼ਾ ਇਹ ਧਾਰਮਿਕ ਚਾਹੁੰਦੇ ਨੇ, ਰਹਿਤ ਮਰਿਆਦਾ ਦੇ ਮੁਤਾਬਕ ਕਹਿੰਦੇ ਨੇ। ਕਿ ਇਹਦੇ ਵਿੱਚ ਤਬਦੀਲੀ ਨਹੀਂ ਹੋਣੀ ਚਾਹੀਦੀ ਕਿ ਇਹੋ ਜਿਹੇ ਮਾਮਲਿਆਂ ਦੇ ਉੱਤੇ ਬ੍ਰੌਡ ਪਰਸਪੈਕਟਿਵ ਦੇ ਵਿੱਚ ਸੋਚਣਾ ਚਾਹੀਦਾ ਹੈ ਕਿ ਇਹਦਾ ਅਸਰ ਅੰਦਾਜ਼ ਕਿੱਥੇ ਤੱਕ ਹੋਏਗਾ। ਤੇ ਜੇ ਜਥੇਦਾਰ ਨਹੀਂ ਸੋਚਦੇ ਤਾਂ ਫਿਰ ਜੋ ਲੋਕਾਂ ਨੇ ਤੈਅ ਕੀਤਾ ਹੋਇਆ ਉਹ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਹੈ ਹੀ ਆ, ਉਸੇ ਢੰਗ ਨਾਲ ਚੱਲ ਰਿਹਾ ਅਕਾਲੀ ਦਲ ਅੱਜ ਕੱਲ੍ਹ। ਸੁਖਵਿੰਦਰ ਜੀ, ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਔਰ ਜਵਾਬ ਵੀ ਤੁਹਾਡਾ ਬਿਲਕੁਲ ਠੀਕ ਹੈ। ਚਾਹੀਦਾ ਇਸ ਤਰ੍ਹਾਂ ਹੈ ਕਿ ਜਥੇਦਾਰ ਸਾਹਿਬਾਨ ਇਹ ਸੋਚਣ ਕਿ ਅਸੀਂ ਇੱਕ ਆਦਮੀ ਨੂੰ ਦੁਬਾਰੇ ਰੀਹੈਬਿਲਿਟੇਟ ਨਹੀਂ ਕਰਨਾ, ਜਾਂ ਸਿਰਫ ਸਾਨੂੰ ਇੱਕ ਆਦਮੀ ਦਾ ਜਿਹੜਾ ਸਿਆਸੀ ਭਵਿੱਖ ਹੈ ਉਸ ਦਾ ਫਿਕਰ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੀ ਕੌਮ ਦਾ ਫਿਕਰ ਹੋਣਾ ਚਾਹੀਦਾ ਹੈ। ਇਹ ਜਿਹੜਾ ਮਸਲਾ ਹੈਗਾ, ਇਹ ਇਸ ਤਰ੍ਹਾਂ ਦਾ ਮਸਲਾ ਨਹੀਂ ਕਿ ਜਿਸ ਦੇ ਵਿੱਚ ਕੋਈ ਧਾਰਮਿਕ ਤਨਖਾਹ ਲਾ ਕੇ ਭਾਂਡੇ ਮਾਂਜਣ ਦੀ, ਜਾਂ ਦੂਸਰਾ ਕੋਈ ਹੋਰ ਵੀ ਕੋਈ ਇਸ ਤਰ੍ਹਾਂ ਦਾ ਝਾੜੂ ਮਾਰਨ ਦੀ, ਜਾਂ ਜਿਸ ਤਰ੍ਹਾਂ ਅਖੰਡ ਪਾਠ ਵਗੈਰਾ ਪ੍ਰਸ਼ਾਦ ਪੇਸ਼ ਕਰਨ ਦੀ ਇਸ ਤਰ੍ਹਾਂ ਦੀ ਤਨਖਾਹ ਲਾ ਕੇ ਇਸ ਨੂੰ ਦਰਕਿਨਾਰ ਕੀਤਾ ਜਾ ਸਕੇ, ਇਸ ਤਰ੍ਹਾਂ ਦਾ ਮਸਲਾ ਨਹੀਂ ਹੈ। ਇਹਨਾਂ ਦੀਆਂ ਜਿਹੜੀਆਂ ਭੁੱਲਾਂ ਹਨਗੀਆਂ, ਭੁੱਲਾਂ ਨਹੀਂ ਹਨ। ਇਹਨਾਂ ਨੇ ਜਾਣ ਕੇ ਕੌਮ ਦੇ ਨਾਲ ਧਰੋਹ ਕੀਤਾ ਹੈ। ਇਹਨਾਂ ਨੇ ਦੇਖੋ, ਜਿਹੜੇ ਬੰਦਿਆਂ ਨੇ ਕੌਮ ਦੇ ਨੌਜਵਾਨਾਂ ਨੂੰ ਕਤਲ ਕੀਤਾ ਸੀ, ਉਹਨਾਂ ਨੂੰ ਬਾਰ-ਬਾਰ ਇਹਨਾਂ ਨੇ ਨਵਾਜਿਆ। ਕਿਸੇ ਵੀ ਬੰਦੇ ਦਾ ਨਾਮ ਲੈ ਲਓ, ਸਵਰਨ ਸਿੰਘ ਕੋਟਨੇ ਦਾ ਲੈ ਲਓ, ਅਜ਼ਾਰ ਆਲਮ ਦਾ ਲੈ ਲਓ, ਇਸ ਦਾ ਸੈਣੀ ਦਾ, ਜੋ ਵੀ ਜਿੰਨੇ ਵੀ ਸੀਗੇ, ਦਰਬਾਰਾ ਗੁਰੂ, ਸਾਰਿਆਂ ਨੂੰ ਇਹਨਾਂ ਨੇ ਨਵਾਜਿਆ। ਇਹ ਕੋਈ ਇਤਫਾਕੀਆ ਨਹੀਂ ਸੀ। ਇਹ ਇਸ ਤਰ੍ਹਾਂ ਨਹੀਂ ਸੀ ਕਿ ਇਹਨਾਂ ਨੇ ਕੋਈ ਅਣਗਹਿਲੀ ਕੀਤੀ ਹੈ। ਇਹ ਜਾਣ ਕੇ ਸਾਰਾ ਕੁਝ ਕੀਤਾ ਗਿਆ। ਫਿਰ ਜਿੰਨਾ ਜ਼ੁਲਮ ਤਸ਼ੱਦਦ ਹੋਇਆ ਸਿੱਖਾਂ ਦੇ ਉੱਤੇ ਉਸ ਸਮੇਂ ਦੇ ਵਿੱਚ, ਉਹ ਸਾਰਾ ਗੈਰ ਕਾਨੂੰਨੀ ਤੌਰ ਦੇ ਉੱਤੇ ਹੋਇਆ ਔਰ ਇਹਨਾਂ ਦੀ ਸਪੋਰਟ ਦੇ ਨਾਲ ਹੋਇਆ। ਇਹਨਾਂ ਨੇ ਕਦੇ ਵੀ ਸਾਡੇ ਹੱਕ ਦੇ ਵਿੱਚ ਨਾਰਾ ਨਹੀਂ ਲਾਇਆ, ਨਾ ਕੋਈ ਇਹਨਾਂ ਨੇ ਚਾਰਾ ਕੀਤਾ ਕਿ ਇਹਨਾਂ ਬੱਚਿਆਂ ਨੂੰ ਬਚਾ ਲਿਆ ਜਾਵੇ, ਜਿਨ੍ਹਾਂ ਨੂੰ ਇਹ ਖਾਮਖਾ ਨਿਰਦੋਸ਼ ਬੱਚਿਆਂ ਨੂੰ ਅੱਤਵਾਦੀ ਕਹਿ ਕੇ ਕਤਲ ਕਰ ਰਹੇ ਨੇ। ਇਹਨਾਂ ਨੇ ਕਿਸੇ ਦੀ ਕੋਈ ਪੈਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ, ਇਹ ਕੋਈ ਮਾਮੂਲੀ ਗੱਲ ਨਹੀਂ ਸੀ। 3-4 ਸਦੀਆਂ ਦੇ ਬਾਅਦ, 2-3 ਸਦੀਆਂ ਦੇ ਬਾਅਦ ਇਹ ਹਮਲਾ ਹੋਇਆ ਸੀਗਾ ਔਰ ਐਸੀ ਤਬਾਹੀ ਇਹਨਾਂ ਨੇ ਕੀਤੀ ਸੀਗੀ ਜਿਸ ਦਾ ਬਿਲਕੁਲ ਪਿਛੋਕੜ ਸੰਭਾਲਣ ਦੀ, ਪਛਾਣਨ ਦੀ ਔਰ ਇੱਕ ਚੀਜ਼ ਦੇ ਬਾਰੇ ਇਸ ਦੀ ਪੜਤਾਲ ਕਰਨ ਦੀ ਲੋੜ ਸੀ ਔਰ ਰਿਕਾਰਡ ਦੇ ਉੱਤੇ ਲਿਆਉਣ ਦੀ ਲੋੜ ਸੀ, ਤਾਂ ਕਿ ਅਗਾਂਹ ਨੂੰ ਇਸ ਤਰ੍ਹਾਂ ਨਾ ਹੋ ਸਕੇ। ਜੇ ਤੁਸੀਂ ਪਿਛਲੇ ਜ਼ੁਲਮਾਂ ਨੂੰ ਸਹਿ ਕੇ ਤੇ ਉਸ ਦੇ ਬਰਖਲਾਫ ਆਪਣਾ ਵਿਚਾਰ ਨਹੀਂ ਦੇ ਸਕਦੇ, ਤਾਂ ਤੁਸੀਂ ਅਗਲੇ ਜ਼ੁਲਮਾਂ ਨੂੰ ਤੁਸੀਂ ਇਨਵਾਈਟ ਕਰ ਰਹੇ ਹੋ, ਸੱਦਾ ਦੇ ਰਹੇ ਹੋ ਕਿ ਸਾਡੇ ਉੱਤੇ ਹੋਰ ਵੀ ਜ਼ੁਲਮ ਹੋ ਸਕਦੇ ਨੇ, ਕਿਉਂਕਿ ਪਿਛਲੇ ਗੁਨਾਹ ਤੁਸੀਂ ਇਹਨਾਂ ਦੇ ਮਾਫ ਕਰਤੇ। ਇਹਨਾਂ ਨੇ ਸਾਰਾ ਕੁਝ ਇਹ ਕੀਤਾ ਹੈ। ਇਹਦੇ ਵਿੱਚ ਧਾਰਮਿਕ ਗੱਲ ਕੋਈ ਨਹੀਂ ਹੈ, ਸਾਰਾ ਮਸਲਾ ਸਿਆਸੀ ਹੈ। ਔਰ ਜਿਹੜਾ ਇਹਨਾਂ ਨੇ ਅਕਾਲੀ ਦਲ ਦਾ ਕਤਲ ਕੀਤਾ ਹੈ, ਅਕਾਲੀ ਦਲ ਤਾਂ ਖਾਸ ਤੌਰ ਦੇ ਉੱਤੇ ਅਕਾਲ ਤਖਤ ਦੇ ਉੱਤੇ ਬਣਾਇਆ ਗਿਆ ਸੀ 1920 ਦੇ ਵਿੱਚ।
ਅਕਾਲ ਤਖਤ ਦੇ ਉੱਤੇ ਬਣੇ ਅਕਾਲੀ ਦਲ ਨੂੰ ਇਹਨਾਂ ਨੇ ਇੱਕ ਬੰਦ ਕਰਕੇ ਕੱਟਿਆ ਹੈ ਔਰ ਇਸ ਨੂੰ ਖਤਮ ਕਰ ਦਿੱਤਾ ਹੈ। ਹੁਣ ਇਸ ਦੀ ਹੁਣ ਕੋਰ ਕਮੇਟੀ ਦੀ ਕਹਿੰਦੇ ਮੀਟਿੰਗ ਹੋਏਗੀ। ਕੋਰ ਕਮੇਟੀ ਦਾ ਕੀ ਮਤਲਬ ਹੈ? ਅਕਾਲੀ ਦਲ ਦੇ ਵਿੱਚ ਕੋਰ ਕਮੇਟੀ ਦਾ ਕੋਈ ਨਾਂ ਨਹੀਂ ਸੀ, ਨਿਸ਼ਾਨ ਨਹੀਂ ਸੀ। ਜਨਰਲ ਹਾਊਸ ਹੁੰਦਾ ਸੀ ਜਾਂ ਜਿਹੜੀ ਜਨਰਲ ਕਮੇਟੀ ਹੁੰਦੀ ਹੈ ਸਾਰੇ ਜ਼ਿਲ੍ਹਿਆਂ ਦੀ, ਉਹ ਹੁੰਦੀ ਸੀ, ਵਰਕਿੰਗ ਕਮੇਟੀ ਹੁੰਦੀ ਸੀ। ਇਹ ਕਿੱਥੋਂ ਕੋਰ ਕਮੇਟੀ ਲੈ ਕੇ ਆ ਗਏ? तो ये सारा कुछ इन्होंने ਜਿਹੜਾ ਕਤਲ ਕੀਤਾ ਹੈ, ਇਹ ਸਿਆਸੀ ਮਸਲਾ ਨਹੀਂ, ਇਹ ਧਾਰਮਿਕ ਮਸਲਾ ਨਹੀਂ, ਇਹ ਸਿਆਸੀ ਮਸਲਾ ਹੈ। ਤੇ ਸਾਡੀ ਜਿਹੜੀ ਸਾਡਾ ਘਾਣ ਹੋਇਆ ਹੈ, ਉਹ ਸਾਡੀ ਸਿਆਸਤ ਨੂੰ ਖਤਮ ਕਰਕੇ ਉਸ ਤਰ੍ਹਾਂ ਘਾਣ ਕੀਤਾ ਗਿਆ। ਸੋ ਜਿਹੜੇ ਪਾਣੀ ਦੇ ਨਾਲ ਇਹ ਸਾਡੀ ਤਬਾਹੀ ਹੋਈ ਹੈ, ਉਸੇ ਪਾਣੀ ਦੇ ਨਾਲ ਅਸੀਂ ਮੁੜ ਕੇ ਉਭਰਨਾ ਹੈ। ਔਰ ਉਹ ਸਿਆਸਤ ਦਾ ਮਸਲਾ ਹੈਗਾ। ਸਿਆਸਤ ਦੇ ਵਿੱਚ ਜਥੇਦਾਰ ਸਾਹਿਬਾਨ ਦਖਲ ਅੰਦਾਜ਼ੀ ਕਰਨ ਹੁਣ ਇਸ ਵੇਲੇ, ਕਿਉਂਕਿ ਉਹਨਾਂ ਦੇ ਸਾਹਮਣੇ ਸਾਰਾ ਕੁਝ ਆ ਚੁੱਕਿਆ ਹੈ। ਜੇ ਉਹਨਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਲੋਕਾਂ ਤੋਂ ਸਲਾਹ ਲੈਣ। ਅਕਸਰ ਇਹ ਮਸਲਾ ਉਹਨਾਂ ਜਥੇਦਾਰਾਂ ਦਾ ਤੇ ਇੱਕ ਅਕਾਲੀ ਦਲ ਦੇ ਅਕੌਤੀ ਪ੍ਰਧਾਨ ਦਾ ਨਹੀਂ ਹੈ। ਇਹ ਸਾਰਾ ਮਸਲਾ ਸਾਰੀ ਕੌਮ ਦਾ ਮਸਲਾ ਹੈ ਤੇ ਇਸ ਮਸਲੇ ਦੇ ਉੱਤੇ ਕੌਮ ਦੇ ਵਿੱਚ ਹਜ਼ਾਰਾਂ ਲੋਕ ਹੋਣਗੇ ਜਿਹੜੇ ਨੂੰ ਸਲਾਹ ਦੇ ਸਕਦੇ ਆ। ਉਹਨਾਂ ਤੋਂ ਸਲਾਹ ਲੈਣ। ਸ਼੍ਰੋਮਣੀ ਕਮੇਟੀ ਦੇ ਮੈਂਬਰਸ ਨੂੰ ਵੀ ਬੁਲਾ ਸਕਦੇ ਆ, ਚੁਣੇ ਹੋਏ ਲੋਕ ਆਣਗੇ, ਉਹਨਾਂ ਦੀ ਸਲਾਹ ਵੀ ਲੈ ਸਕਦੇ ਆ। ਸਾਰਿਆਂ ਦੀ ਸਲਾਹ ਲੈ ਕੇ ਤੇ ਉਹ ਫੈਸਲਾ ਕੌਮ ਦੇ ਹੱਕ ਦੇ ਵਿੱਚ ਕਰਨ, ਨਾ ਕਿ ਇਹ ਸਮਝਣ ਕਿ ਅਸੀਂ ਇਹ ਮਜਬੂਰ ਹਾਂ ਕਿ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਕਰਨਾ ਜਾਂ ਇਹਨਾਂ ਨੂੰ ਸਿਰਫ ਧਾਰਮਿਕ ਤੌਰ ਦੇ ਉੱਤੇ ਤਨਖਾਹ ਲਾਉਣੀ ਹੈ। ਧਾਰਮਿਕ ਮਸਲਾ ਹੁੰਦਾ ਤਾਂ ਇਹ ਤਰੀਕਾ ਨਹੀਂ ਸੀ ਹੋਣਾ। ਉਹ ਤਰੀਕਾ ਇਹ ਹੋਣਾ ਸੀਗਾ ਕਿ ਉਹ ਆਦਮੀ ਆਉਂਦਾ ਜਿਸਨੇ ਵੀ ਕੋਈ ਧਾਰਮਿਕ ਕੁਤਾਹੀ ਕੀਤੀ ਹੈ, ਉਹ ਆ ਕੇ ਅਰਜ਼ ਕਰਦਾ ਕਿ ਜੀ ਮੈਂ ਅੰਮ੍ਰਿਤ ਛਕਿਆ ਹੋਇਆ, ਮੈਂ ਅੰਮ੍ਰਿਤ ਦੀ ਜਿਹੜੀ ਫਲਾਨੀ ਅਵੇਲਨਾ ਕਰ ਚੁੱਕਿਆ, ਮੈਂ ਇਸ ਅਵੇਸਲੇਪਣ ਦੇ ਵਿੱਚ ਮੇਰੇ ਕੋਲੋਂ ਹੋ ਗਿਆ, ਮੈਨੂੰ ਤੁਸੀਂ ਤਨਖਾਹ ਲਾ ਕੇ ਮੋੜ ਕੇ ਪੰਥ ਦੇ ਵਿੱਚ ਮਿਲਾਓ। ਤਾਂ ਉਹ ਤਾਂ ਗੱਲ ਹੋਰ ਹੁੰਦੀ ਸੀਗੀ। ਐਸਾ ਤਾਂ ਮਸਲਾ ਕੋਈ ਹੈ ਨਹੀਂ, ਨਾ ਹੀ ਇਸ ਤਰ੍ਹਾਂ ਦੀ ਗੱਲ ਕੋਈ ਆਈ ਹੈ ਸਾਹਮਣੇ। ਤਾਂ ਇਹ ਮਸਲਾ ਸਿਰਫ ਸਿਆਸੀ ਹੈ ਔਰ ਸਿਆਸੀ ਤੌਰ ਦੇ ਉੱਤੇ ਇਸ ਨੂੰ ਨਿਪਟਾਉਣਾ ਚਾਹੀਦਾ ਹੈ। ਇਹ ਜਥੇਦਾਰ ਸਾਹਿਬਾਨ ਨੂੰ ਤਾਂ ਇੰਨੀ ਕੁ ਤਾਂ ਉਹਨਾਂ ਨੂੰ ਗੱਲ ਪਤਾ ਲੱਗਦੀ ਹੈ, ਕਿਉਂਕਿ ਅਜੇ ਤੱਕ ਉਹਨਾਂ ਨੇ ਉਹ ਫੈਸਲਾ ਨਹੀਂ ਕੀਤਾ ਜਿਹੜਾ ਉਹ ਚਾਹੁੰਦੇ ਨੇ ਕਿ ਉਹ ਕਰਨ। ਹੁਣ ਉਹਨਾਂ ਦੇ ਉੱਤੇ ਉਸ ਫੈਸਲੇ ਨੂੰ ਕਰਨ ਵਾਸਤੇ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਦੇ ਨਾਲ ਕਿ ਇੱਕ ਜਥੇਦਾਰ ਇਹ ਕਹਿ ਦੇਣ ਕਿ ਜੀ ਥੋੜੀ ਬਹੁਤ ਤਨਖਾਹ ਲਾ ਕੇ ਤੇ ਅਸੀਂ ਤੁਹਾਨੂੰ ਹੁਣ ਆਜ਼ਾਦ ਕਰਦੇ ਹਾਂ, ਹੁਣ ਤੁਸੀਂ ਦੁਬਾਰੇ ਕੌਮ ਦੀ ਬਰਬਾਦੀ ਦੇ ਵਾਸਤੇ ਆਪਣੇ ਕਮਰ ਕਸੇ ਕਰ ਲਓ। ਸੋ ਇਸ ਤਰ੍ਹਾਂ ਦਾ ਇਹ ਚਾਹੁੰਦੇ ਨੇ ਲੋਕ, ਲੇਕਿਨ ਇਹ ਹੋਣਾ ਨਹੀਂ ਚਾਹੀਦਾ। ਹੋਣਾ ਚਾਹੀਦਾ ਹੈ ਕਿ ਕੌਮ ਦਾ ਸਿਆਸੀ ਭਵਿੱਖ ਇਹਨਾਂ ਨੇ, ਕੌਮ ਦਾ ਸਿਆਸੀ ਦਲ ਇਹਨਾਂ ਨੇ ਖਤਮ ਕੀਤਾ ਹੈ। ਕੌਮ ਦੀ ਸਲਾਹ ਦੇ ਨਾਲ ਮੁੜ ਕੇ ਪੰਥ ਨੂੰ ਸੁਰਜੀਤ ਕਰਨਾ ਚਾਹੀਦਾ ਹੈ, ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੀਦਾ, ਉਸ ਦੇ ਸੰਵਿਧਾਨ ਨੂੰ ਸੁਰਜੀਤ ਕਰਨਾ ਚਾਹੀਦਾ ਹੈ ਔਰ ਨਵੀਆਂ ਆਸਾਂ ਉਮੀਦਾਂ ਸਿੱਖਾਂ ਨੂੰ ਦੇਣੀਆਂ ਚਾਹੀਦੀਆਂ, ਤਾਂ ਕਿ ਆ ਜਿਹੜੇ ਬੱਚੇ ਗੈਂਗਸਟਰ ਬਣ ਰਹੇ ਨੇ, ਜਿਹੜੇ ਬੱਚੇ ਬਾਹਰ ਜਾ ਰਹੇ ਨੇ, ਜਿਹੜੇ ਬੱਚਿਆਂ ਨੂੰ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ, ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਕੋਈ ਜਮਾਤ ਉਹਨਾਂ ਦੇ ਕੋਲ ਆਵੇ। ਸੋ ਇਹ ਇਹਨਾਂ ਨੂੰ ਅਕਾਲੀ ਦਲ ਵਾਲਿਆਂ ਨੂੰ ਇੰਨਾ ਦਬਾਅ ਨਹੀਂ ਬਣਾਉਣਾ ਚਾਹੀਦਾ ਇਸ ਗਲਤ ਧਾਰਨਾ ਦੇ ਉੱਤੇ, ਲੇਕਿਨ ਸਹੀ ਧਾਰਨਾ ਦੇ ਉੱਤੇ ਚੱਲ ਕੇ ਜਥੇਦਾਰਾਂ ਨੂੰ ਆਪਣਾ ਨਿਰਣਾ ਲੈਣਾ ਚਾਹੀਦਾ ਹੈ ਗੁਰੂ ਦੇ ਭੈ ਦੇ ਵਿੱਚ। ਜੀ, ਜਦੋਂ ਅਸੀਂ ਸਰਦਾਰ ਸਾਹਿਬ ਦਿੱਲੀ ਦੇ ਦਖਲ ਦੀ ਜਾਂ ਬੀਜੇਪੀ ਤੇ ਆਰਐਸਐਸ ਦੀ ਦਖਲ ਦੀ ਗੱਲ ਕਰਦੇ ਆ, ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੀ ਇਹ ਲਗਾਤਾਰ ਸਵਾਲ ਉੱਠਦੇ ਨੇ ਕਿ ਜਦੋਂ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਜੀ ਹਾਂ ਸਾਡੀ ਦਿੱਲੀ ਨਾਲ ਯਾਰੀ ਹੈ, ਖੁੱਲ ਕੇ ਕਹਿੰਦੇ ਆ, ਤਾਂ ਉਹਦੇ ਕੀ ਮਾਇਨੇ ਸਮਝੇ ਜਾਣ? ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਘਵੀਰ ਸਿੰਘ ਨਾਲੋਂ ਜ਼ਿਆਦਾ ਚਰਚਿਤ ਨਜ਼ਰ ਆਉਂਦੇ ਨੇ। ਬਾਕੀ ਜਥੇਦਾਰਾਂ ਦੇ ਨਾਲੋਂ ਵੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਵੇ ਜਾਂ ਜਿਸ ਵੀ ਪੱਧਰ ਦੇ ਉੱਤੇ ਉਹਨਾਂ ਦੀ ਬਿਆਨਬਾਜ਼ੀ ਜਾਂ ਉਹਨਾਂ ਦੇ ਭਾਸ਼ਣ, ਉਹ ਸਾਰਾ ਕੁਝ ਅਕਾਲੀ ਦਲ ਨੂੰ ਸੇਧ ਦਿੰਦੇ ਵੀ ਨਜ਼ਰ ਆਉਂਦੇ ਨੇ। ਜਿਵੇਂ ਇਹ ਚਰਚਾ ਚੱਲੀ ਕਿ ਇਹਨਾਂ ਦੀ ਜੀ ਇੱਕ ਵਾਰੀ ਮੀਟਿੰਗ ਹੋਈ ਸੀ, ਉਦੋਂ ਤਖਤ ਸ੍ਰੀ ਦਮਦਮਾ ਸਾਹਿਬ ਤੇ ਗਿਆਨੀ ਭੁੰਦੜ ਸਾਹਿਬ ਹੋ ਗਏ, ਬਿਰਸਾ ਸਿੰਘ ਮਾਫ ਕਰਨਾ ਸਿਕੰਦਰ ਸਿੰਘ ਮਲੂਕਾ ਤੇ ਚੀਮਾ ਸਾਹਿਬ ਸ਼ਾਇਦ ਉਹਦੇ ਵਿੱਚ ਸ਼ਾਮਲ ਸੀਗੇ। ਉਦੋਂ ਵੀ ਕਹਿੰਦੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਮਸਲੇ ਦਾ ਛੇਤੀ ਨਿਪਟਾਰਾ ਕਰੋ, ਕਹਿੰਦੇ ਸੀਗੇ ਤੁਸੀਂ ਅਸਤੀਫੇ ਦੇ ਕੇ ਆਓ। ਭੁੰਦੜ ਸਾਹਿਬ ਕਮੇਟੀ ਦੀ ਰਿਪੋਰਟ ਦਬਾ ਲਈ ਗਈ, ਉਦੋਂ ਵੀ ਬਹੁਤ ਸਾਰੇ ਸਵਾਲ ਉੱਠੇ ਸੀਗੇ। ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲਗਾਤਾਰ ਸਾਹਮਣੇ ਆਉਂਦਾ ਹੈ ਕਿ ਕੀ ਵਾਕਈ ਮਤਲਬ ਕਿ ਉਹ
ਕੇਂਦਰ ਦੇ ਸੰਪਰਕ ਚ ਨੇ ਜਾਂ ਫਿਰ ਉਹਨਾਂ ਨੂੰ ਹੱਲਾਸ਼ੇਰੀ ਜਾਂ ਥਾਪੜਾ ਦਿੱਤਾ ਜਾ ਰਿਹਾ ਜਾਂ ਫਿਰ ਉਹ ਆਪਣੀ ਥਾਂ ਤੇ ਸਹੀ ਨੇ, ਕਿਉਂਕਿ ਜਦੋਂ ਉਹਨਾਂ ਦੇ ਬਿਆਨ ਜਾਂ ਭਾਸ਼ਣ ਸੁਣੇ ਜਾਂਦੇ ਨੇ ਤਾਂ ਉਹਦੇ ਵਿੱਚੋਂ ਇੱਕ ਪੰਥਕ ਦਰਦ ਵੀ ਝਲਕਦਾ ਹੈ ਕਿ ਉਹ ਕਹਿੰਦੇ ਕਿ ਮੇਰੇ ਉੱਤੇ ਵੀ ਬਹੁਤ ਤਰੀਕੇ ਦਾ ਪ੍ਰੈਸ਼ਰ ਸੀ ਜਾਂ ਬਣਾਇਆ ਜਾਂਦਾ ਰਿਹਾ। ਉਹ ਜਦ ਕਿ ਉਸ ਪ੍ਰੈਸ਼ਰ ਨੂੰ ਉਹਨਾਂ ਨੇ ਮੰਨਿਆ ਨਹੀਂ ਕਿ ਨਹੀਂ ਅਸੀਂ ਇਸ ਤੋਂ ਬਾਹਰ ਨਿਕਲਣਾ ਹੀ ਚੰਗਾ ਸਮਝਦੇ ਹਾਂ ਇਹੋ ਜਿਹੇ ਪ੍ਰੈਸ਼ਰ ਚੋਂ। ਤਾਂ ਉਹਨਾਂ ਦੇ ਜਿਹੜੇ ਕਦਮ ਨੇ ਜਾਂ ਬੀਜੇਪੀ ਤੇ ਆਰਐਸਐਸ ਦੀ ਦਖਲਅੰਦਾਜ਼ੀ ਹੈ, ਜੇ ਇਸ ਪੱਧਰ ਤੇ ਨਹੀਂ ਤਾਂ ਫਿਰ ਕਿਸ ਪੱਧਰ ਤੇ ਹੋ ਰਹੀ ਹੈ? ਸੁਖਵਿੰਦਰ ਜੀ, ਮੈਂ ਇੱਕ ਦੋ ਵਾਰੀ ਜਥੇਦਾਰ ਸਾਹਿਬ ਨੂੰ ਮਿਲਿਆ। ਮੈਨੂੰ ਪਹਿਲਾਂ ਤਾਂ ਉਹਨਾਂ ਕੋਲੋਂ ਬਹੁਤੀਆਂ ਉਮੀਦਾਂ ਨਹੀਂ ਸਨ। ਜਿਸ ਵੇਲੇ ਪਹਿਲੀ ਮੀਟਿੰਗ ਹੋਈ ਹੈ ਇੱਥੇ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਬੁਲਾਈ ਸੀ ਤੇ ਮੈਨੂੰ ਵੀ ਕਿਸੇ ਨੇ ਕਿਹਾ ਜ਼ਰੂਰ ਜਾਓ। ਮੈਨੂੰ ਜਾਣਾ ਪਿਆ ਸੀ ਉਸ ਮੀਟਿੰਗ ਦੇ ਵਿੱਚ। ਉਸ ਦੇ ਵਿੱਚ ਤਾਂ ਮੈਨੂੰ ਕੋਈ ਬਹੁਤੀਆਂ ਉਮੀਦਾਂ ਨਹੀਂ ਸੀ ਉਹਨਾਂ ਕੋਲੋਂ ਜਾਪੀਆਂ। ਲੇਕਿਨ ਦੂਸਰੀ ਮੀਟਿੰਗ ਦੇ ਵਿੱਚ ਜਿਹੜੀ ਜਲੰਧਰ ਦੇ ਵਿੱਚ ਹੋਈ, ਪਬਲਿਕ ਮੀਟਿੰਗ ਸੀ, ਕੁਝ 15 20 40 ਬੰਦੇ ਬੁਲਾਏ ਹੋਏ ਸਨ। ਉਸ ਦੇ ਵਿੱਚ ਮੈਂ ਦੇਖਿਆ ਕਿ ਇੱਕ ਤਾਂ ਗੱਲ ਇਹ ਹੈਗੀ ਕਿ ਜਥੇਦਾਰ ਨੂੰ ਇਹ ਸਮਝਦੇ ਨੇ ਵੀ ਇਹ ਪੜ੍ਹਿਆ ਲਿਖਿਆ ਆਦਮੀ ਹੈ ਔਰ ਇਸ ਦਾ ਆਪਣਾ ਮਾਈਂਡ ਹੈ। ਦੂਸਰੇ ਜਥੇਦਾਰਾਂ ਨੂੰ ਇਹ ਸਮਝਦੇ ਨੇ ਵੀ ਇਹਨਾਂ ਦੇ ਉੱਤੇ ਅਸੀਂ ਅਸਰਅੰਦਾਜ਼ ਹੋ ਸਕਦੇ ਹਾਂ। ਇਸ ਕਰਕੇ ਜਥੇਦਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ। ਜਿਹੜੀ ਦੂਸਰੀ ਗੱਲ ਹੈ ਉਹ ਇਹ ਹੈਗੀ, ਜਿਹੜਾ ਉਹਨਾਂ ਦਾ ਕਿਰਦਾਰ ਦੇਖਿਆ ਅਸੀਂ ਪਿਛਲੇ ਸਮਿਆਂ ਦੇ ਵਿੱਚ, ਉਹ ਜਥੇਦਾਰ ਅਕਾਲ ਤਖਤ ਸਨ। ਇਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਸਲਾਹ ਦਿੱਤੀ ਜਿਸ ਤਰ੍ਹਾਂ ਦੀ ਹੁਣ ਇਹ ਮੌਜੂਦਾ ਜਥੇਦਾਰ ਨੂੰ ਦੇ ਰਹੇ ਨੇ। ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਤਾਂ ਉਹਨਾਂ ਨੂੰ ਉੱਥੋਂ ਕੱਢ ਕੇ ਇਹਨਾਂ ਨੇ ਇੱਥੇ ਦਮਦਮਾ ਸਾਹਿਬ ਭੇਜ ਦਿੱਤਾ। ਤਾਂ ਜਾਪਦਾ ਇਹ ਹੈ ਕਿ ਉਹ ਕਿਉਂਕਿ ਬਾਰ-ਬਾਰ ਉਸ ਦੇ ਉੱਤੇ ਇਹ ਉਂਗਲੀ ਰੱਖ ਰਹੇ ਨੇ, ਤਾਂ ਜਾਪਦਾ ਇਹ ਹੈ ਕਿ ਉਹੀ ਇੱਕ ਬੰਦਾ ਹੈ ਜਿਹੜਾ ਕਿ ਵੋਕਲ ਤੌਰ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਇਹ ਕਹਿਣਾ ਚਾਹੁੰਦਾ ਹੈ ਕਿ ਭਾਈ ਤੁਹਾਡਾ ਮਸਲਾ ਨਹੀਂ, ਇਹ ਪੰਥ ਦਾ ਮਸਲਾ ਹੈ। ਪੰਥ ਨੂੰ ਨਜਿੱਠ ਲੈਣ ਦਿਓ ਤੇ ਸਿਰਫ ਇਸ ਨੂੰ ਆਇਆ ਗਿਆ ਨਾ ਕਰੋ। ਇਹਦੇ ਨਾਲ ਗੋਗਲੋਂ ਤੋਂ ਮਿੱਟੀ ਲਾ ਵੀ ਲਓਗੇ ਤਾਂ ਪੰਥ ਦਾ ਕੰਮ ਨਹੀਂ ਚੱਲਣਾ, ਤੁਹਾਡਾ ਵੀ ਕੰਮ ਨਹੀਂ ਚੱਲਣਾ। ਮੇਰੇ ਖਿਆਲ ਦੇ ਵਿੱਚ ਉਸ ਨੂੰ ਇਸ ਚੀਜ਼ ਦੀ ਸਮਝ ਪੈ ਚੁੱਕੀ ਹੈ ਕਿ ਇਹ ਜਿਹੜਾ ਮਸਲਾ ਹੈਗਾ, ਇਸ ਨੂੰ ਇਸ ਤਰ੍ਹਾਂ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਮਾੜੀ ਮੋਟੀ ਤਨਖਾਹ ਲਾ ਕੇ ਤੇ ਜਿਸ ਤਰ੍ਹਾਂ ਇਹ ਚਾਹੁੰਦੇ ਨੇ ਤਾਂ ਇਹਨਾਂ ਦੀ ਮਰਜ਼ੀ ਦੇ ਅਨੁਸਾਰ ਉਹ ਕੰਮ ਨਹੀਂ ਕਰ ਸਕ ਰਹੇ। ਇਸ ਕਰਕੇ ਉਸ ਦੇ ਉੱਤੇ ਇਲਜ਼ਾਮ ਲੱਗ ਰਹੇ। ਬਾਕੀ ਗੱਲ ਹੈ, ਦੇਖੋ ਤੁਸੀਂ 2 ਘੰਟੇ ਕਿਸੇ ਨਾਲ ਮੀਟਿੰਗ ਕਰੋ, 4 ਘੰਟੇ ਮੀਟਿੰਗ ਕਰੋ, ਮੀਟਿੰਗ ਦਾ ਕੀ ਹੁੰਦਾ? ਮੀਟਿੰਗ ਅਸੀਂ ਜਿਸ ਵੇਲੇ ਜੰਗ ਚੱਲਦੀ ਹੈ ਨਾ ਜੀ, ਦੇਸ਼ਾਂ ਦੀ ਜੰਗ ਚੱਲਦੀ ਹੈ। ਅੱਜ ਦੇਖ ਲਓ ਤੁਸੀਂ ਯੂਕਰੇਨ ਤੇ ਉਸਦੀ ਜੰਗ ਚੱਲ ਰਹੀ ਹੈ, ਇੱਧਰ ਇਜ਼ਰਾਈਲ ਦੇ ਵਿੱਚ ਜੰਗ ਚੱਲ ਰਹੀ ਹੈ। ਲੇਕਿਨ ਇਸ ਦੇ ਬਾਵਜੂਦ ਯੂਐਨਓ ਦੇ ਵਿੱਚ ਮੀਟਿੰਗਸ ਹੋ ਰਹੀਆਂ ਕਿ ਨਹੀਂ ਹੋ ਰਹੀਆਂ? ਮੀਟਿੰਗਸ ਤਾਂ ਦੁਸ਼ਮਣਾਂ ਦੇ ਨਾਲ ਵੀ ਹੁੰਦੀ ਹੈ, ਮੀਟਿੰਗ ਹਰ ਇੱਕ ਆਦਮੀ ਦੇ ਨਾਲ ਹੁੰਦੀ ਹੈ। ਮਤਲਬ ਇਹ ਹੈ ਕਿ ਤੁਸੀਂ ਉਹਦਾ ਅਸਰ ਕਬੂਲ ਕਰਦੇ ਹੋ ਕਿ ਨਹੀਂ ਕਰਦੇ। ਮੈਨੂੰ ਇਹ ਜਾਪਦਾ ਹੈ ਕਿ ਜਥੇਦਾਰ ਇਹਨਾਂ ਦਾ ਅਸਰ ਕਬੂਲ ਨਹੀਂ ਕਰ ਰਿਹਾ। ਜਥੇਦਾਰ ਆਪਣੇ ਜਿਹੜਾ ਉਸਦਾ ਸਟੈਂਡ ਆ ਉਸ ਦੇ ਉੱਤੇ ਅਡਿੱਗ ਹੈ। ਉਸ ਨੂੰ ਇਸ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਕਿ ਇਹ ਕੇਂਦਰ ਦੇ ਨਾਲ ਮਿਲਿਆ ਹੋਇਆ, ਆਰਐਸਐਸ ਦੇ ਨਾਲ ਮਿਲਿਆ ਹੋਇਆ, ਜਾਂ ਹੋਮ ਮਿਨਿਸਟਰ ਦੇ ਨਾਲ ਮੀਟਿੰਗ ਕਰਦਾ, ਜਾਂ ਜੇ ਮੀਟਿੰਗ ਦੇ ਵਿੱਚ ਕੋਈ ਗੁਨਾਹ ਨਹੀਂ, ਜੇ ਬਹੁਤਾ ਇਹਨਾਂ ਨੂੰ ਸ਼ੱਕ ਹੈ ਤਾਂ ਉਸ ਦੇ ਨਾਲ ਜਾ ਕੇ ਗੱਲ ਕਰਨ ਵੀ ਉੱਥੇ ਗੱਲਬਾਤ ਕੀ ਹੋਈ ਹੈ, ਉਹ ਆਪਣੇ ਆਪ ਹੀ ਦੱਸ ਦੇਣਗੇ ਕਦੇ ਨਾ ਕਦੇ। ਤਾਂ ਇਹ ਸਿਰਫ ਉਹਨਾਂ ਦੇ ਉੱਤੇ ਦਬਾਅ ਬਣਾ ਕੇ, ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਇਸ ਗੱਲ ਤੋਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੂੰ ਵੀ ਬਾਕੀਆਂ ਵਾਂਗੂ ਸਾਨੂੰ ਕਹਿ ਦੇ ਕਿ ਵੀ ਇਹ ਧਾਰਮਿਕ ਮਸਲਾ ਹੈਗਾ, ਥੋੜੀ ਬਹੁਤ ਤਨਖਾਹ ਲਾ ਕੇ ਤੇ ਇਸ ਨੂੰ ਰਫਾ ਦਫਾ ਕਰਦੇ ਆ ਤੇ ਫਿਰ ਤੁਹਾਨੂੰ ਥਾਪੀ ਦੇ ਕੇ ਤੇ ਦੁਬਾਰੇ ਪੰਥ ਦੀ ਜਿਹੜੀ ਤੁਸੀਂ ਬਰਬਾਦੀ ਕੀਤੀ ਹੈ ਉਸ ਵਾਸਤੇ ਦੁਬਾਰੇ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਦੇ ਆ। ਇਸ ਤਰ੍ਹਾਂ ਦੀ ਉਮੀਦ ਲੈ ਕੇ ਉਹਦੇ ਕੋਲੇ ਜਾਂਦੇ ਨੇ। ਉਹ ਉਸ ਉਮੀਦ ਨੂੰ ਪੂਰਾ ਕਰਨ ਦੇ ਕਾਬਿਲ ਨਹੀਂ, ਇਸ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ। ਸ਼ਾਇਦ ਜ਼ਿਆਦਾ ਕਿਉਂਕਿ ਉਹ ਸਮਝਦਾਰ ਸਮਝੇ ਜਾਂਦੇ ਨੇ ਕਿ ਪੜ੍ਹਾਈ ਲਿਖਾਈ ਦੇ ਵਿੱਚ ਵੀ ਥੋੜੇ ਜਿਹੇ ਇਹਨਾਂ ਤੋਂ ਦੂਸਰੇ ਜਥੇਦਾਰਾਂ ਨਾਲੋਂ ਜ਼ਿਆਦਾ ਅੱਗੇ ਆਣਗੇ, ਤਾਂ ਇਸ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਇਸ ਤਰ੍ਹਾਂ ਦੇ ਲਗਾਏ ਜਾਂਦੇ ਨੇ। ਲੇਕਿਨ ਸਾਰਾ ਕੁਝ ਸਾਹਮਣੇ ਆ ਜਾਏਗਾ ਜਦੋਂ ਫੈਸਲਾ ਹੋਏਗਾ। ਸਾਨੂੰ ਪਤਾ ਲੱਗ ਜਾਏਗਾ ਕਿਹਦੇ ਹੱਕ ਦਾ ਹੋਇਆ, ਆਰਐਸਐਸ ਦੇ ਹੱਕ ਦਾ ਹੋਇਆ, ਬੀਜੇਪੀ ਦੇ ਹੱਕ ਦਾ ਹੋਇਆ ਕਿ ਇਹ ਫੈਸਲਾ ਕੌਮ ਦੇ ਹੱਕ ਦਾ ਹੋਇਆ।
ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਕਿੰਨਾ ਰੋਲ ਹੈ, ਗਿਆਨੀ ਰਘਵੀਰ ਸਿੰਘ ਦਾ ਕਿੰਨਾ ਰੋਲ ਹੈ, ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ। ਇਹਦੇ ਵਿੱਚ ਇੱਕ ਇਲਜ਼ਾਮ ਲਾਉਣ ਦੀ ਇਹਨਾਂ ਦੀ ਤਬੀਅਤ ਹੁਣ ਬਣੀ ਹੋਈ ਹੈ। ਕਦੇ ਜਥੇਦਾਰ ਅਕਾਲ ਤਖਤ ਦੇ ਬਰਖਲਾਫ, ਕਦੇ ਜਥੇਦਾਰ ਦਮਦਮਾ ਸਾਹਿਬ ਦੇ ਬਰਖਲਾਫ। ਇਸ ਤੋਂ ਜਾਪਦਾ ਹੈ ਕਿ ਇਹ ਬੁਖਲਾਏ ਹੋਏ ਹਨਗੇ ਔਰ ਇਹ ਚਾਹੁੰਦੇ ਨੇ ਕਿ ਇਹਨਾਂ ਤੋਂ ਜਥੇਦਾਰਾਂ ਕੋਲੋਂ ਇਹਨਾਂ ਨੂੰ ਆਪਣੇ ਹੱਕ ਦੇ ਵਿੱਚ ਫੈਸਲੇ ਦੀ ਉਮੀਦ ਨਹੀਂ ਰਹੀ। ਇਹ ਕੌਮ ਦੇ ਵਾਸਤੇ ਖੁਸ਼ੀ ਦੀ ਖਬਰ ਹੈ, ਕਿਉਂਕਿ ਹੋਣਾ ਵੀ ਇਸ ਤਰ੍ਹਾਂ ਚਾਹੀਦਾ ਹੈ ਕਿ ਜਥੇਦਾਰ ਨਿਰਪੱਖ ਹੋਣੇ ਚਾਹੀਦੇ ਨੇ। ਉਹ ਕੌਮ ਦੇ ਦਰਦ ਨੂੰ ਵੇਖ ਕੇ, ਕੌਮ ਦੇ ਮਸਲੇ ਨੂੰ ਵੇਖ ਕੇ ਉਸ ਦਾ ਹੱਲ ਲੱਭਣ, ਨਾ ਕਿ ਕਿਸੇ ਨੂੰ ਸਿਆਸਤ ਦੇ ਵਿੱਚ ਦੁਬਾਰੇ ਸਾਬਤ ਕਰਨ ਦੀ ਕੋਸ਼ਿਸ਼ ਕਰਨ। ਤਾਂ ਮੈਨੂੰ ਤਾਂ ਇਸ ਤਰ੍ਹਾਂ ਜਾਪਦਾ ਹੈ ਸੁਖਵਿੰਦਰ ਜੀ। ਬਿਲਕੁਲ ਸਹੀ ਹੈ ਕਿ ਫੈਸਲਾ ਜਿਹੜਾ ਜਦੋਂ ਵੀ ਆਏਗਾ ਉਹ ਆਪਣੇ ਆਪ ਉਹਦੇ ਮਾਇਨੇ ਜਾਂ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਕਿਹਦੇ ਇਸ਼ਾਰੇ ਤੇ ਜਾਂ ਕਿਹਦੇ ਪੱਖ ਵਿੱਚ ਜਾਂ ਬਾਕੀ ਜਿਹੜੇ ਪੰਥਕ ਜਜ਼ਬਾਤ ਨੇ, ਕੌਮੀ ਹਿਰਦੇ ਜਿਵੇਂ ਬਲੂੰਦ ਰਹੀ ਹੈ, ਉਹਨਾਂ ਦੇ ਹੱਕ ਵਿੱਚ ਹੈ। ਮੈਂ ਆਖਰੀ ਸਵਾਲ ਕਰਾਂਗਾ ਕਿ ਅੱਜ ਬਰਗਾੜੀ ਬੇਅਬਲ ਕਲਾਂ ਬੇਅਦਬੀ ਕਾਂਡ, ਜੋ ਗੋਲੀ ਕਾਂਡ, ਜੋ ਕੁਝ ਵੀ ਵਾਪਰਿਆ ਸੀਗਾ, ਉਹਨੂੰ 9 ਸਾਲ ਹੋ ਗਏ, 14 ਅਕਤੂਬਰ 2015 ਤੋਂ ਲੈ ਕੇ ਅਗਲੇ ਸਾਲ 10 ਸਾਲ ਹੋ ਗਏ ਨੇ। ਸਰਕਾਰਾਂ ਵੀ ਬਹੁਤ ਬਦਲੀਆਂ, ਸਿਆਸਤ ਵੀ ਬਹੁਤ ਹੋਈ। ਇਸੇ ਮਾਮਲੇ ਵਿੱਚ ਤਾਂ ਹੁਣ ਸੁਖਬੀਰ ਸਿੰਘ ਬਾਦਲ ਤਨਖਾਹੀਏ ਨੇ ਜਾਂ ਇਹ ਸਾਰੇ ਮਾਮਲੇ ਜੋ ਕੁਝ ਹੋਇਆ ਨਾ, ਤੇ ਇਹਦੇ ਬਾਰੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਦਿਆਂਗੇ ਤੁਹਾਨੂੰ ਇਨਸਾਫ, ਨਾ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਨਾ ਕੋਈ ਬਿਆਨ ਜਾਰੀ ਕਰਕੇ ਕਿਹਾ ਕਿ ਇੱਥੇ ਤੱਕ ਮਾਮਲਾ ਪਹੁੰਚ ਗਿਆ, ਜਾਂ ਫਿਰ ਕੋਈ ਉਹੋ ਜਿਹਾ ਮਤਲਬ ਕਿ ਯਾਦ ਕੀਤਾ ਗਿਆ ਹੋਵੇ ਜਿਵੇਂ 84 ਕਤਲੇਆਮ ਨੂੰ ਯਾਦ ਕੀਤਾ, ਏਦਾਂ ਕੋਈ ਸੋਸ਼ਲ ਮੀਡੀਆ ਤੇ ਪਾਇਆ ਗਿਆ ਹੋਵੇ ਜਾਂ ਆਪਣੇ ਤੌਰ ਤੇ ਕਿਹਾ ਹੋਵੇ ਵੀ ਇੰਤਜ਼ਾਰ ਕਰੋ ਥੋੜਾ ਹੋਰ, ਬਹੁਤ ਛੇਤੀ ਇਨਸਾਫ ਮਿਲੇਗਾ। ਉਦਾਂ ਭਾਵੇਂ ਮੀਡੀਆ 'ਚ ਕਹਿੰਦੇ ਰਹਿੰਦੇ ਨੇ, ਮਤਲਬ ਉਹ ਦਿਨ ਨੂੰ ਯਾਦ ਨਹੀਂ ਕੀਤਾ ਗਿਆ। ਤੁਸੀਂ ਦੁਸਹਿਰੇ ਦੀਆਂ ਵਧਾਈਆਂ ਦਿੰਦੇ ਹੋ, ਦੀਵਾਲੀ ਦੀਆਂ ਦਿੰਦੇ ਹੋ, ਹੋਰ ਪੁਰਬਾਂ ਦੇ ਦਿੰਦੇ ਹੋ, ਤਾਂ ਇਹੋ ਜਿਹੇ ਮਾਮਲੇ ਤੇ ਜਦੋਂ ਪੂਰੀ ਪੰਥਕ ਹਿਰਦੇ ਬਲੁੰਦਰੇ ਗਏ ਹੋਣ, ਇਨਸਾਫ ਨਾ ਮਿਲਿਆ ਹੋਵੇ, ਨਾ ਚੇਤੇ ਕੀਤਾ ਜਾਵੇ, ਤਾਂ ਸਵਾਲ ਉੱਠਦੇ ਨੇ। ਸ਼੍ਰੋਮਣੀ ਕਮੇਟੀ ਦੇ ਮੈਂ ਪੇਜ ਦੇਖ ਰਿਹਾ ਸੀਗਾ SGPC ਦੇ, ਉੱਥੋਂ ਵੀ ਕੋਈ ਇਹੋ ਜਿਹਾ ਨਹੀਂ। ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਥੇ ਵੀ ਕੋਈ ਉਹੋ ਜਿਹਾ ਨਹੀਂ ਕਿ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਹੋਵੇ ਕਿ 9 ਸਾਲ ਹੋ ਗਏ, ਜਾਂਚ ਪੜਤਾਲਾਂ ਕਿਸੇ ਥਣ ਪੱਤਰ ਨਹੀਂ ਲੱਗ ਰਿਹਾ, ਇਨਸਾਫ ਨਹੀਂ ਮਿਲਦਾ। ਤਾਂ ਇਹੋ ਜਿਹੇ ਹਾਲਾਤਾਂ 'ਚ ਜਥੇਦਾਰ ਸਾਹਿਬਾਨ ਦੀ ਕਿਹੋ ਜਿਹੀ ਭੂਮਿਕਾ ਹੋਣੀ ਚਾਹੀਦੀ ਹੈ ਕਿ ਉਹ ਸਰਕਾਰਾਂ ਨੂੰ ਕਹਿਣ ਕਿ ਇਨਸਾਫ ਦਿਓ, ਤੇ ਜੇ ਕੋਈ ਇਹਦੇ ਤੇ ਸਿਆਸਤ ਕਰਦਾ, ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ, ਕੱਲ ਮੋਦੀ ਸਾਹਿਬ ਜਾਂ BJP ਦੇ ਆ ਕੇ ਵੱਡੇ ਲੀਡਰ ਇੱਥੇ ਆ ਕੇ ਕਹਿ ਦੇਣਗੇ ਕਿ ਅਸੀਂ ਜੀ ਇਨਸਾਫ ਦੇਾਂਗੇ, ਸਾਡੀ ਸਰਕਾਰ ਬਣਾਓ, ਸਰਕਾਰ ਬਣ ਜਾਏਗੀ, ਇਨਸਾਫ ਫੇਰ ਨਹੀਂ ਮਿਲੇਗਾ। ਕੀ ਕੋਈ ਜਵਾਬਦੇਹੀ ਕਿਸੇ ਦੀ ਤੈਅ ਹੋਏਗੀ? ਇਹ ਤਾਂ ਨਹੀਂ ਕਿ ਜਿਹੜਾ ਸਿੱਖ ਹੈ ਜੀ ਉਹਨੂੰ ਹੀ ਤਲਬ ਕੀਤਾ ਜਾਊਗਾ। ਸਰਕਾਰਾਂ ਜਦੋਂ ਬਣਦੀਆਂ ਨੇ ਤਾਂ ਉਹ ਸਿੱਖ ਹਿਰਦਿਆਂ ਨੂੰ ਬਲੁੰਦਰ ਕੇ ਜਾਂ ਉਹਨਾਂ ਦੇ ਉੱਤੇ ਵਿਸ਼ਵਾਸਘਾਤ ਕਰਕੇ ਬਣਦੀਆਂ ਨੇ ਕਿ ਅਸੀਂ ਆਹ ਇਨਸਾਫ ਦੇ ਦਿਆਂਗੇ, ਇਨਸਾਫ ਫੇਰ ਨਹੀਂ ਹੁੰਦਾ। ਸੁਖਵਿੰਦਰ ਜੀ, ਇਹਦੇ ਵਿੱਚ ਜਿਹੜੀ ਇੱਕ ਸੂਤਰ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਉਹ ਇਹ ਹੈ ਕਿ ਕੌਮ ਦੀ ਤਾਕਤ ਹੋਣੀ ਚਾਹੀਦੀ ਹੈ। ਜਿੰਨੀ ਦੇਰ ਤੱਕ ਕੌਮ ਦੀ ਤਾਕਤ ਨਹੀਂ ਬਣਦੀ, ਜਿੰਨੀ ਦੇਰ ਤੱਕ ਕੌਮ ਦੀ ਨੁਮਾਇੰਦਾ ਜਮਾਤ ਨਹੀਂ ਬਣਦੀ, ਜਿੰਨੀ ਦੇਰ ਤੱਕ ਆਪਾਂ ਕਹੀਏ ਅੱਜ ਦੀ ਬੋਲੀ ਦੇ ਅਨੁਸਾਰ ਕਿ ਜਿਹੜਾ ਅਕਾਲੀ ਦਲ ਹੈ ਇਸ ਨੂੰ ਸੁਰਜੀਤ ਨਹੀਂ ਕੀਤਾ ਜਾਂਦਾ, ਓਨੀ ਦੇਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ। ਕਿਉਂਕਿ ਸਾਡੇ ਵਾਸਤੇ ਇਨਸਾਫ ਕਿਹਨੇ ਲੈਣਾ ਸੀ? ਅਕਾਲੀ ਦਲ ਨੇ ਲੈਣਾ ਸੀ। ਅਕਾਲੀ ਦਲ ਨੇ ਕੌਮ ਦੀ ਜਿਹੜੀ ਸਿਆਸੀ ਮਰਜ਼ੀ ਹੈ ਉਹ ਪ੍ਰਗਟ ਕਰਨੀ ਸੀ। ਜੋ ਇਸ ਦੇ ਉੱਤੇ ਹਮਲੇ ਹੋਏ ਨੇ ਉਹਨਾਂ ਦੀ ਢਾਲ ਬਣਨਾ ਸੀ। ਜਿਵੇਂ ਕਿ ਅੱਧੀ ਸਦੀ ਪਹਿਲਾਂ ਇਹਨਾਂ ਦੀ ਆਮਦ ਤੋਂ ਅੱਧੀ ਸਦੀ ਪਹਿਲਾਂ ਇਹ ਕਰਦਾ ਰਿਹਾ ਹੈ। ਸਾਡੀ ਅੱਜ ਸਿਆਸੀ ਜਮਾਤ ਕੋਈ ਨਹੀਂ। ਅਸੀਂ ਯਤੀਮਾਂ ਦੀ ਤਰ੍ਹਾਂ ਠੂਠਾ ਲੈ ਕੇ ਜਿਹੜੀ ਮੰਗ ਰਹੇ ਹਾਂ ਇਹਨਾਂ ਕੋਲੋਂ ਇਨਸਾਫ ਦੀ ਭੀਖ, ਇਹ ਸਾਨੂੰ ਨਹੀਂ ਮਿਲ ਸਕਦੀ। ਇਹ ਸਾਨੂੰ ਇਨਸਾਫ ਆਪਣੇ ਆਪ ਨਾਲ ਆਪ ਕਰਨਾ ਪਏਗਾ। ਇਸ ਵੇਲੇ ਇਹਨਾਂ ਨੇ ਉੱਥੇ ਇੱਕ ਵੱਡਾ ਇਕੱਠ ਕੀਤਾ ਸੀਗਾ ਤੇ ਉਸ ਵੇਲੇ ਵੀ ਸਾਰੀ ਕੌਮ ਉਮੜ ਕੇ ਆ ਗਈ ਸੀ ਚੱਬੇ ਦੇ ਇਕੱਠ ਦੇ ਵਿੱਚ। ਉੱਥੇ ਵੀ ਇਹਨਾਂ ਨੇ ਉੱਥੇ ਦੇ ਲੀਡਰਾਂ ਨੇ ਸਾਨੂੰ ਧੋਖਾ ਦਿੱਤਾ ਔਰ ਇਨਸਾਫ ਦੇ ਵੱਲ ਗੱਲ ਨਹੀਂ ਤੋਰੀ। ਸਾਨੂੰ ਇਨਸਾਫ ਉਸ ਦਿਨ ਮਿਲੇਗਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਇਨਸਾਫ ਲੈਣ ਦੇ ਕਾਬਲ ਹਨਗੇ, ਇਹ ਇਨਸਾਫ ਆਪਣੇ ਆਪ ਲੈਣਗੇ। ਉਸ ਵੇਲੇ ਸਾਨੂੰ ਇਨਸਾਫ ਮਿਲੇਗਾ। ਉਸ ਤੋਂ ਪਹਿਲਾਂ ਸਾਨੂੰ ਕਿਸੇ ਨੇ ਇਨਸਾਫ ਨਹੀਂ ਦੇਣਾ। ਜਿਹੜੀਆਂ ਕੌਮਾਂ ਆਪਣੀ ਪੱਗ ਆਪ ਹੀ ਲਾ ਕੇ ਕੱਛ ਦੇ ਲੈਂਦੀਆਂ ਨੇ, ਉਹਨਾਂ ਦੇ ਸਿਰ ਉੱਤੇ ਕੋਈ ਦੂਸਰਾ ਨਹੀਂ ਰੱਖਦਾ। ਉਹਨਾਂ ਨੂੰ ਆਪਣੇ ਆਪ ਇਸ ਪੱਗ ਨੂੰ ਆਪਣੇ ਆਪ ਦੁਬਾਰੇ ਸਵਾਰ ਕੇ ਬੰਨਣਾ ਪਏਗਾ। ਤੋ ਇਹ ਅਕਾਲੀ ਦਲ ਦੀ ਹੋਣ ਦੇ ਨਾਲ ਔਰ ਇਸ ਦੇ ਸੰਵਿਧਾਨ ਦੇ ਨਾਲ, ਇਸ ਦੀ ਜਿਹੜੀ ਸੰਵਿਧਾਨ ਦੀ ਪਾਲਣਾ ਤੇ ਅਕਾਲੀ ਖਾਸੇ ਦੇ ਲੋਕਾਂ ਨੂੰ
ਸਾਹਮਣੇ ਲਿਆਉਣ ਦੇ ਨਾਲ ਇਹ ਜੁੜਿਆ ਹੋਇਆ ਹੈ। ਇਸ ਤੋਂ ਬਿਨਾ ਕਈ ਸਾਰੇ ਲੋਕ ਆਉਣਗੇ, ਗੁਟਕਿਆਂ ਦੇ ਹੱਥ ਰੱਖ ਕੇ ਵੱਡੇ ਵੱਡੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਕਹਾਉਂਦੇ ਲੋਕ ਵਾਅਦੇ ਕਰਨਗੇ, ਦੂਸਰੇ ਕਰਨਗੇ, ਲੇਕਿਨ ਸਾਡਾ ਕੁਝ ਨਹੀਂ ਬਣੇਗਾ। ਸੋ ਸਾਨੂੰ ਲੋੜ ਹੈ ਅਸੀਂ ਆਪਣੀ ਤਾਕਤ ਨੂੰ ਦੁਬਾਰੇ ਸੁਰਜੀਤ ਕਰੀਏ। ਅਸੀਂ ਇਹ ਇਨਸਾਫ ਲੈਣ ਦੇ ਕਾਬਿਲ ਹਾਂ। ਅਸੀਂ ਅਬਦਾਲੀ ਕੋਲੋਂ ਇਨਸਾਫ ਲਿਆ, ਅਸੀਂ ਮੁਗਲਾਂ ਕੋਲੋਂ ਇਨਸਾਫ ਲਿਆ, ਅਸੀਂ ਅਫਗਾਨਿਸਤਾਨ ਕੋਲੋਂ ਇਨਸਾਫ ਲਿਆ, ਅਸੀਂ ਚੀਨ ਤੇ ਜਾਪਾਨ ਨੂੰ, ਚੀਨ ਤੇ ਦਲਾਈ ਲਾਮਾ ਨੂੰ ਅਸੀਂ ਆਪਣੇ ਅਨੁਸਾਰ ਕੀਤਾ। ਅਸੀਂ ਸਾਰਾ ਕੁਝ ਕਰਨ ਦੇ ਕਾਬਿਲ ਹਾਂ। ਸਾਡੀ ਸਿਰਫ ਇੱਕ ਜਮਾਤ ਚਾਹੀਦੀ ਹੈ ਜਿਹੜੀ ਕਿ ਸਾਡੇ ਲੋਕਾਂ ਦੀ ਹੋਵੇ, ਜਿਹੜੀ ਜਿਸ ਦੇ ਉੱਤੇ ਦੁਸ਼ਮਣ ਦਾ ਪਰਛਾਵਾਂ ਨਾ ਹੋਵੇ, ਜਿਸ ਦੇ ਮਨ ਦੇ ਵਿੱਚ ਸਿੱਖ ਦੁਸ਼ਮਣੀ ਨਾ ਹੋਵੇ, ਜਿਸ ਦੇ ਮਨ ਦੇ ਵਿੱਚ ਗੁਰੂ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਦਾ ਜਜ਼ਬਾ ਹੋਵੇ, ਸਾਨੂੰ ਉਹ ਚਾਹੀਦਾ। ਉਹ ਸਾਨੂੰ ਇਸ ਵੇਲੇ ਅਕਾਲ ਤਖਤ ਦੇ ਜਥੇਦਾਰ ਤੇ ਜਿਹੜੇ ਜਥੇਦਾਰ ਸਾਹਿਬਾਨ ਆਣਗੇ ਇਹ ਬਣਾ ਕੇ ਦੇਣ ਦੇ ਕਾਬਿਲ ਆਣਗੇ। ਇਹਨਾਂ ਨੂੰ ਆਪਣੀ ਤਾਕਤ ਪਛਾਣਨੀ ਚਾਹੀਦੀ ਹੈ ਔਰ ਸਾਨੂੰ ਸੱਚੇ ਰਾਹ ਦੇ ਉੱਤੇ ਪਾਉਣਾ ਚਾਹੀਦਾ ਹੈ, ਜਿਸ ਰਾਹ ਦੇ ਉੱਤੇ ਜਾ ਕੇ ਅਸੀਂ ਗੁਰੂ ਦੇ ਦਰ ਦੇ ਉੱਤੇ ਸੁੱਚੀਆਂ ਦਾੜੀਆਂ ਲੈ ਕੇ ਤੇ ਪੇਸ਼ ਹੋ ਸਕੀਏ। ਸ਼ੁਕਰੀਆ ਸਰਦਾਰ ਸਾਹਿਬ, ਧੰਨਵਾਦ ਤੁਹਾਡਾ। ਧੰਨਵਾਦ ਜੀ, ਤੁਸੀਂ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ।